पद पंकज बंदन पद पंकज बंदन सिमरो अंगद दुख निकंदन अमरदास गुर हृदय ध्याव हृदय ध्याव श्री गुरु रामदास गुण गाव श्री अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमोकार जोरी नमोकार जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विशाला तरम तरा पर पुन पुन शीशा पुन पुन शीशा बंद बार बार जगदीशा जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग श्री गुरु शब्द कमाए जन जिते पंच विकार तिन संतन को बंदना सिर चरणन पर तार एक अंकारा सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सतनाम श्री वाहिगुरु साहिब जी मारू महला पहला पिछो राती सदड़ा नाम खसम काले खेमे शत्रु सराय के दिसन रथ पीड़े जिनी तेरा नाम ध्याया तिनको सद मिले पिछो राती सदड़ा नाम खसम काले वाहिगुरु जी का खालसा वाहिगुरु जी की फतेह भगत पावन भगत वत्सल गुरु गरीब नवाज अंतरजामी श्री गुरु ग्रंथ साहिब जी की महान कृपा के सदका गुरुद्वारा बाबा बंदा सिंह बहादुर जी विखे शाम वेले दे संध्या के दीवान सजे दीवाना दे विच गुरु इतिहास की कथा वार्ता का समा सानू प्राप्त हो रहा। तो आओ गुरु के सिखो जितने माई भाई जितने गुरु नानक नाम लेवा साध संगतां ने असी सारे मिल के गुरु नानक देव सच्चे पातशाह जी का अमृतमई जस श्रवण करिए। सुनने करके
ਸਾਡੇ ਵੀ ਹਿਰਦੇ ਸ਼ਾਂਤ ਹੋਣ, ਮਾਇਆ ਦੀ ਤ੍ਰਿਸ਼ਨਾ ਵੱਲੋਂ ਸਾਡਾ ਮਨ ਵੀ ਤ੍ਰਿਪਤ ਹੋ ਜਾਏ। ਸਤਿਗੁਰੂ ਕਿਰਪਾ ਕਰਨ। ਆਓ ਗੁਰੂ ਕੇ ਸਿੱਖੋ, ਸਤਿਗੁਰਾਂ ਦੀ ਮਹਿਮਾ ਸ਼ਰਵਣ ਕਰੀਏ। ਜਿਵੇਂ ਪਹਿਲੇ ਦੀਵਾਨਾਂ ਵਿੱਚ ਆਪਾਂ ਸੁਣ ਰਹੇ ਸਾਂ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਦੇ ਪਿੰਡ ਤਲਵੰਡੀ ਵਿਖੇ ਬਾਬਾ ਚੰਦਰਭਾਨ ਜੀ ਦੇ ਖੂਹ 'ਤੇ ਬੈਠੇ ਨੇ। ਮਾਤਾ ਜੀ ਨੂੰ, ਪਿਤਾ ਜੀ ਨੂੰ, ਹੋਰ ਸੰਬੰਧੀਆਂ ਦੇ ਤਾਈਂ ਖਬਰ ਪਹੁੰਚੀ ਕਿ ਨਾਨਕ ਜੀ ਆਏ ਨੇ। ਸਾਰੇ ਸਤਿਗੁਰਾਂ ਨੂੰ ਮਿਲਣ ਵਾਸਤੇ ਗਏ। ਦੇਖਿਆ ਹੈ ਕਿ ਸਤਿਗੁਰੂ ਜੀ ਹੁਣ ਜਵਾਨ ਹੋ ਗਏ ਹੈ। ਮਾਂ ਨੇ ਬਹੁਤ ਪ੍ਰੇਮ ਕੀਤਾ। ਫਿਰ ਆਖਿਆ, ਇਹ ਪੁੱਤਰ ਜੀ, ਮੈਂ ਤੁਹਾਡੇ ਵਾਸਤੇ ਭੋਜਨ ਲੈ ਕੇ ਆਈ ਹਾਂ, ਭੋਜਨ ਛਕੋ। ਫਿਰ ਮੈਂ ਤੁਹਾਡੇ ਵਾਸਤੇ ਨਵੇਂ ਨਵੀਨ ਬਸਤਰ ਲੈ ਕੇ ਆਈ ਹਾਂ, ਬਸਤਰ ਪਹਿਨੋ। ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਤੋਂ ਬਾਅਦ ਬਹੁਤ ਸੁੰਦਰ ਮਕਾਨ ਬਣਾਇਆ ਹੈ ਤੁਹਾਡੇ ਖਾਤਰ, ਕਿ ਸਾਡੇ ਨਾਨਕ ਜੀ ਇਸ ਘਰ ਵਿੱਚ ਰਿਹਾ ਕਰਨਗੇ ਆਪਦੇ ਪਰਿਵਾਰ ਸਮੇਤ। ਅਤੇ ਇਹ ਪੁੱਤਰ ਜੀ, ਹੁਣ ਤੁਸੀਂ ਆਪਦੇ ਘਰ ਵਿੱਚ ਨਿਵਾਸ ਕਰੋ, ਆਪਦੇ ਪੁੱਤਰਾਂ ਨੂੰ, ਘਰਵਾਲੀ ਨੂੰ ਸੱਦ ਲੈ ਆਓ। ਜਦੋਂ ਇਹੋ ਜਿਹੇ ਬਚਨ ਸਤਿਗੁਰਾਂ ਨੇ ਸੁਣੇ ਹੈ, ਸਤਿਗੁਰੂ ਜੀ ਨੇ ਤਿੰਨਾਂ ਤੋਂ ਇਨਕਾਰ ਕਰ ਦਿੱਤਾ। ਕਹਿ ਦਿੱਤਾ ਕਿ ਸਾਨੂੰ ਹੁਣ ਨਾਮ ਦਾ ਰਸ ਆ ਗਿਆ, ਨਾ ਸਾਨੂੰ ਹੁਣ ਕੁਝ ਪਹਿਰਨੇ ਦਾ, ਨਾ ਕੁਝ ਖਾਣੇ ਦਾ, ਨਾ ਹੀ ਕੁਝ ਬਣਾਉਣੇ ਦਾ ਕੋਈ ਚਿੱਤਾ ਹੈ। ਹੁਣ ਸਾਨੂੰ ਕੋਈ ਵੀ ਦੁਨਿਆਵੀ ਪਦਾਰਥ ਦੀ ਜ਼ਰੂਰਤ ਨਹੀਂ ਹੈ। ਹੁਣ ਸਾਨੂੰ ਪ੍ਰਭੂ ਦਾ ਨਾਮ ਰੂਪੀ ਰਸ ਪ੍ਰਾਪਤ ਹੋ ਗਿਆ। ਹੁਣ ਦੁਨਿਆਵੀ ਰਸ ਸਾਨੂੰ ਚੰਗੇ ਨਹੀਂ ਲੱਗਦੇ ਹੈ। ਫਿਰ ਪਿਤਾ ਨੇ ਸਵਾਲ ਜਵਾਬ ਕੀਤੇ ਹੈ ਕਿ ਇਹ ਸ਼ੁਦਾਈਆਂ ਵਾਲੀਆਂ ਗੱਲਾਂ ਛੱਡ ਕੇ ਤੂੰ ਘਰ ਦਾ ਕੰਮ ਕਾਰ ਕਰ, ਕਿੱਤਾ ਕਰ, ਕਿਰਤ ਕਰ। ਇੰਨੀ ਜ਼ਮੀਨ ਹੈ ਤੇਰੇ ਵਾਸਤੇ ਹੈ ਨਾ ਸਾਰੀ, ਅਤੇ ਤੂੰ ਘਰ ਹੀ ਨਹੀਂ ਵੜਦਾ ਹੈ। ਖਬਰਦਾਰ ਜੇ ਹੁਣ ਮੁੜ ਕੇ ਘਰੋਂ ਬਾਹਰ ਜਾਣ ਦਾ ਨਾਮ ਲਿਆ। ਬਾਬਾ ਕਲਿਆਣ ਦਾਸ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਬਹੁਤ ਝਿੜਕਿਆ ਥੋੜ੍ਹਾ ਜਿਹਾ ਫਿਰ, ਕਿ ਤੁਸੀਂ ਫਿਰ ਉਹੋ ਹੀ ਹੱਠ, ਉਹ ਜਿੱਦ ਤੁਹਾਡੀ ਪੁਰਾਣੀ, ਤੁਸੀਂ ਸਮਝਦੇ ਕਿਉਂ ਨਹੀਂ ਹੋ। ਅਤੇ ਫਿਰ ਸਤਿਗੁਰੂ ਜੀ ਨੇ ਆਖਿਆ ਕਿ ਪਿਤਾ ਜੀ ਕਾਹਲੇ ਕਿਉਂ ਪੈਂਦੇ ਹੋ। ਤਾਂ ਬਾਪ ਨੇ ਕਿਹਾ ਕਿ ਮੇਰੀ ਉਮਰ ਬੀਤੀ ਜਾਂਦੀ ਹੈ, ਪਤਾ ਨਹੀਂ ਕਦੋਂ ਸਵਾਸ ਛੁੱਟ ਜਾਣਗੇ, ਫਿਰ ਪਤਾ ਨਹੀਂ ਤੁਸੀਂ ਸਾਡੇ ਤੋਂ ਬਾਅਦ ਕਿਹੋ ਜਿਹੇ ਰਿਹਾ ਕਰੋਗੇ। ਇਹ ਜਦੋਂ ਬਾਪ ਨੇ ਆਪ ਦੇ ਅੰਤ ਵੇਲੇ ਦਾ ਚਿੰਤਾ ਪ੍ਰਗਟਾਵਾ ਕੀਤਾ, ਅਤੇ ਸਤਿਗੁਰੂ ਜੀ ਨੇ ਕਿਹਾ, ਪਿਤਾ ਜੀ ਫਿਕਰ ਨਾ ਕਰੋ, ਤੁਸੀਂ ਸੱਚੇ ਪਾਤਸ਼ਾਹ ਨੂੰ ਚੇਤੇ ਕਰੋ। ਬਾਪ ਨੂੰ ਕਿਹਾ, ਅੱਖਾਂ ਮੀਟੋ। ਅਤੇ ਅੱਖਾਂ ਮੀਟੀਆਂ। ਕੀ ਦੇਖਿਆ ਹੈ? ਬਾਬਾ ਕਲਿਆਣ ਦਾਸ ਨੇ ਦੇਖਿਆ ਉਹਨਾਂ ਦੇ ਜਿਹੜੇ ਪਿੱਤਰ ਨੇ, ਵੱਡੇ ਵਡੇਰੇ ਨੇ, ਸੱਚਖੰਡ ਵਿੱਚ ਬਿਰਾਜਮਾਨ ਨੇ, ਸਾਰੇ ਬੈਠੇ ਹੋਏ ਨੇ। ਜਿੰਨੇ ਦਾਦੇ ਪੜਦਾਦੇ ਸਾਰੇ ਦੇਖ ਕੇ ਬਾਬਾ ਕਲਿਆਣ ਦਾਸ ਜੀ ਉਹਨਾਂ ਨੂੰ ਪੁੱਛਦੇ ਹੈ, ਕਿਉਂਕਿ ਸਤਿਗੁਰਾਂ ਦੀ ਸੁਰਤੀ ਦੀ ਸਵਾਰੀ ਹੈ। ਸੁਰਤੀ ਨਾਲ ਹੀ ਸਾਰਾ ਕੁਝ ਦਿਖਾ ਦਿੱਤਾ ਹੈ ਬਾਬੇ ਕਲਿਆਣ ਦਾਸ ਨੂੰ। ਅੱਖਾਂ ਮੀਟੀਆਂ ਅਤੇ ਸਾਰਾ ਦ੍ਰਿਸ਼ ਸਾਹਮਣੇ ਦੇਖ ਰਹੇ ਨੇ। ਦੇਖਦੇ ਪਏ ਨੇ ਮੇਰੇ ਪਿਤਾ, ਦਾਦੇ ਪੜਦਾਦੇ ਸਾਰੇ ਇੱਥੇ ਬੈਠੇ ਹੋਏ ਨੇ। ਇਹ ਬੜੀ ਰਮਣੀਕ ਜੀ ਜਗ੍ਹਾ ਹੈ। ਸੋ ਇੱਥੇ ਤਾਂ ਬਹੁਤ ਸੁਹਾਵਣਾ ਮੰਡਲ ਬਣਿਆ ਹੋਇਆ ਹੈ। ਇਹ ਕਿਹੜੀ ਜਗ੍ਹਾ ਹੈ? ਤਾਂ ਉਹਨਾਂ ਆਖਿਆ, ਇਹ ਸੱਚਖੰਡ ਹੈ। ਅੱਛਾ, ਇਸੇ ਤੋਂ ਹੀ ਕਿਵੇਂ ਆ ਗਏ? ਬਾਬਾ ਕਲਿਆਣ ਦਾਸ ਜੀ ਨੇ ਪੁੱਛਿਆ ਹੈ, ਕਿਉਂਕਿ ਅੰਦਰ ਜਿਹੜੀ ਸੂਖਸ਼ਮ ਦੇਹੀ ਹੈ, ਇਹ ਕਦੇ ਵੀ ਸਰੀਰ ਵਿੱਚੋਂ ਜਾ ਸਕਦੀ ਹੈ। ਇਹ ਸਤਿਗੁਰਾਂ ਨੇ ਆਪ ਕੌਤਕ ਵਰਤਾਇਆ ਹੈ। ਉਹ ਸੂਖਸ਼ਮ ਦੇਹੀ ਦੁਆਰਾ ਵਚਨ ਕਰਦੇ ਪਏ ਨੇ, ਧਿਆਨ ਨਾਲ ਹੀ ਪੁੱਛਦੇ ਪਏ ਨੇ ਬਾਬਾ ਕਲਿਆਣ ਦਾਸ ਕਿ ਇਹ ਪਿਤਾ ਜੀ ਤੁਸੀਂ ਇੱਥੇ ਕਿਵੇਂ ਆ ਗਏ ਸੱਚਖੰਡ? ਤਾਂ ਉਹਨਾਂ ਨੇ ਆਖਿਆ ਕਿ ਜਿਸ ਦਿਨ ਤੋਂ ਇਹ ਕਾਲੂ ਤੇਰੇ ਘਰ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ ਹੈ ਨਾ, ਉਸ ਦਿਨ ਤੋਂ ਸਾਡਾ ਵਾਸਾ ਸੱਚਖੰਡ ਹੋ ਗਿਆ ਹੈ। ਹੁਣ ਸਾਨੂੰ ਕੋਈ ਭੱਜ ਦੌੜ ਨਹੀਂ ਹੈ। ਅਸੀਂ ਸ਼ਾਂਤ ਚਿੱਤ ਇੱਥੇ ਪ੍ਰਭੂ ਦੇ ਗੁਣ ਗਾਉਂਦੇ ਹਾਂ। ਸਾਨੂੰ ਸਾਰਾ ਕੁਛ ਇੱਥੇ ਮਿਲਦਾ ਹੈ। ਇਹ ਇਹੋ ਜਿਹਾ
ਖੁਸ਼ਹਾਲ ਆਨੰਦ ਦੇਖ ਕੇ ਬਾਬਾ ਕਲਿਆਣ ਦਾਸ ਜੀ ਕਹਿਣ ਲੱਗੇ, ਮੈਂ ਵੀ ਇੱਥੇ ਤੁਹਾਡੇ ਕੋਲ ਆਉਣਾ ਚਾਹੁੰਦਾ ਹਾਂ। ਪਰ ਸਤਿਗੁਰੂ ਜੀ ਨੇ ਕਿਹਾ, ਬਾਬਾ ਜੀ ਅੱਖਾਂ ਖੋਲ੍ਹੋ। ਅੱਖਾਂ ਖੋਲ੍ਹੀਆਂ ਅਤੇ ਫਿਰ ਸੰਸਾਰ ਵੱਲ ਧਿਆਨ ਮਾਰਿਆ ਕਿ ਮੈਂ ਤਾਂ ਕਿਧਰੇ ਹੋਰ ਹਾਂ। ਸਤਿਗੁਰੂ ਜੀ ਨੇ ਕਿਹਾ, ਹਾਲੇ ਤੁਹਾਡੀ ਉਮਰ ਪਈ ਹੈ, ਹਾਲੇ 2-4 ਮਹੀਨੇ ਤੁਸੀਂ ਸਰੀਰ ਵਿੱਚ ਰਹਿਣਾ ਹੈ, ਫਿਰ ਤੁਹਾਨੂੰ ਉੱਥੇ ਭੇਜ ਦੇਵਾਂਗੇ ਜਿੱਥੇ ਤੁਹਾਡੇ ਵੱਡੇ ਵਡੇਰੇ ਨੇ। ਇਹ ਦੇਖ ਕੇ ਤਾਂ ਬਾਬਾ ਕਲਿਆਣ ਦਾਸ ਬੜੇ ਖੁਸ਼ ਹੋਏ। ਕਹਿਣ ਲੱਗੇ, ਮੈਂ ਉੱਥੇ ਕਿਵੇਂ ਜਾਵਾਂਗਾ, ਮੈਨੂੰ ਉੱਥੇ ਰੱਖ ਲੈਣਗੇ। ਕਿਉਂਕਿ ਆਮ ਮਨੁੱਖ ਆਪਣੇ ਆਪ ਨੂੰ ਸਮਝਦਾ ਨਹੀਂ ਕੁਛ, ਪਰ ਮਨੁੱਖ ਵਿੱਚ ਜਿੰਨੀ ਤਾਕਤ ਹੈ ਇਹ ਹੋਰ ਕਿਸੇ ਵਿੱਚ ਨਹੀਂ ਹੈ। ਮਨੁੱਖ ਆਪਣੇ ਆਪ ਨੂੰ ਤੁੱਛ ਸਮਝਦਾ ਹੈ, ਪਰ ਤੁੱਛ ਹੈ ਨਹੀਂ ਹੈ, ਇਹਦੇ ਵਿੱਚ ਨਿਰੰਕਾਰ ਹੈ। ਔਰ ਨਿਰੰਕਾਰ ਨੂੰ ਜਦੋਂ ਦੇਖਿਆ, ਫਿਰ ਆਪਣਾ ਹੀਣਤਾਪਨ, ਆਪ ਦਾ ਤੁੱਛਪੁਣਾ ਸਭ ਮਿਟ ਜਾਂਦਾ ਉਸ ਵੇਲੇ। ਕਹਿਣ ਲੱਗੇ, ਮੈਂ ਉਸ ਸੱਚਖੰਡ ਵਿੱਚ ਕਿਵੇਂ ਵਸ ਸਕਦਾ ਹਾਂ, ਇਹ ਪੁੱਤਰ ਨਾਨਕ ਜੀ ਮੇਰੇ ਤਾਈਂ ਦੱਸੋ ਖਾਂ। ਅਤੇ ਸਤਿਗੁਰੂ ਜੀ ਹੁਣ ਸ਼ਬਦ ਦੁਆਰਾ ਆਪਣੇ ਪਿਤਾ ਬਾਬਾ ਕਲਿਆਣ ਦਾਸ ਦੇ ਪਰਥਾਏ, ਉਹਨਾਂ ਨੂੰ ਠੰਡ ਵਰਤਾਉਣੇ ਵਾਸਤੇ ਸ਼ਬਦ ਉਚਾਰਦੇ ਨੇ। ਮਾਰੂ ਰਾਗ ਵਿੱਚ ਇਹ ਸ਼ਬਦ ਹੈ। ਉਸ ਤੋਂ ਬਾਅਦ ਕਥਾ ਵਿਚਾਰ ਵੀ ਸ਼ਰਵਣ ਕਰੋ। ਆਓ ਪ੍ਰੇਮ ਨਾਲ ਸ਼ਬਦ ਵਿਚਾਰ ਸ਼ਰਵਣ ਕਰੀਏ। ਇੱਕ ਦਫਾ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਲਗਾਈਏ। ਪ੍ਰੇਮ ਨਾਲ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਵਿਖੇ ਇਹ ਸ਼ਬਦ ਉਚਾਰਦੇ ਨੇ, ਜਿੱਥੇ ਸਾਰੇ ਸੰਬੰਧੀ ਵੀ ਨੇ, ਸਤਿਗੁਰਾਂ ਦੇ ਬੇਦੀਆਂ ਦੇ ਜਿੰਨੇ ਸੰਬੰਧੀ ਹੈ। ਫਿਰ ਬਾਬਾ ਕਾਲੂ ਜੀ ਨੂੰ ਵਿਸ਼ੇਸ਼ ਤੌਰ 'ਤੇ ਇਹ ਉਪਦੇਸ਼ ਮਹਾਰਾਜ ਬਖਸ਼ਦੇ ਨੇ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਦੇਹ। ਇਹ ਪਿਤਾ ਜੀ ਰਾਤ ਦੇ ਅਤੇ ਦਿਨ ਦੇ 4 ਪਹਿਰ ਹੁੰਦੇ ਨੇ। 4 ਹੀ ਦਿਨ ਦੇ, 4 ਹੀ ਰਾਤ ਦੇ, 8 ਪਹਿਰ ਦਾ ਪੂਰਾ ਨਿਸ ਦਿਨ ਬਣਦਾ ਹੈ। ਇਹ ਪਿਤਾ ਜੀ ਜਿਹੜਾ ਰਾਤ ਦਾ ਚੌਥਾ ਪਹਿਰ ਹੁੰਦਾ ਹੈ ਨਾ, ਉਸ ਚੌਥੇ ਪਹਿਰ ਦੇ ਪਰਥਾਏ ਤੁਹਾਡੇ ਤਾਈਂ ਦੱਸਦੇ ਹਾਂ। ਵੈਸੇ ਤਾਂ ਸਾਰਾ ਦਿਨ, ਸਾਰੀਆਂ ਰਾਤਾਂ ਪ੍ਰਭੂ ਦੀਆਂ ਬਣਾਈਆਂ ਨੇ, ਪਰ ਉਹ ਜਿਹੜਾ ਵੇਲਾ ਹੈ ਜਿਸ ਨੂੰ ਸਨਾਤਨ ਮੱਤੀਏ ਬ੍ਰਹਮ ਮੂਰਤ ਕਹਿੰਦੇ ਹੈ, ਜਿਸ ਨੂੰ ਇਸਲਾਮ ਵਾਲੇ ਮੁਸਲਮਾਨ ਅਲਮ ਸੁਬਾਹ ਆਖਦੇ ਨੇ, ਉਹ ਐਸਾ ਅੰਮ੍ਰਿਤ ਵੇਲਾ, ਰਾਤ ਦਾ ਚੌਥਾ ਪਹਿਰ, ਉਹ ਚੌਥੇ ਪਹਿਰ ਦੇ ਪਰਥਾਏ ਸਤਿਗੁਰੂ ਕਹਿਣ ਲੱਗੇ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ। ਰਾਤ ਦਾ ਜਿਹੜਾ ਪਿਛਲਾ ਪਹਿਰ ਰਹਿੰਦਾ ਹੈ ਨਾ, ਪ੍ਰਭੂ ਦੀ ਖਾਸ ਆਗਿਆ ਹੈ, ਉਸ ਸਮੇਂ ਤੂੰ ਪ੍ਰਭੂ ਨੂੰ ਯਾਦ ਕਰ, ਪ੍ਰਭੂ ਦੇ ਗੁਣ ਗਾ। ਹਰ ਅੰਮ੍ਰਿਤ ਵੇਲਾ ਵੱਤੈ ਬੀਜਿਆ, ਗੁਰਮੁਖ ਖਾਏ ਖਰਚ ਰਹੇ ਨਿਖੁੱਟੈ ਨਾਹੀ। ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਨਾਮ ਜਿਹੜਾ ਬੀਜ ਹੈ, ਸਾਰੀ ਦਿਹਾੜੀ ਕੰਮ ਕਰਦਾ ਹੈ। ਜਿਹਨੇ ਅੰਮ੍ਰਿਤ ਵੇਲੇ ਨਾਮ ਜਪਿਆ, ਸਾਰੀ ਦਿਹਾੜੀ ਉਹ ਨਸ਼ਾ, ਉਹ ਖੁਮਾਰ ਰਹਿੰਦਾ ਹੈ। ਇਸ ਕਰਕੇ ਇਹ ਪਿਤਾ ਜੀ, ਹੁਣ ਤੁਸੀਂ ਜਿਹੜੇ ਕੰਮ ਧੰਦੇ ਪਹਿਲਾਂ ਕਰਦੇ ਸੀ, ਉਹ ਕੰਮ ਧੰਦੇ ਹੁਣ ਛੱਡ ਦਿਓ। ਹੁਣ ਤੁਹਾਡੀ ਉਮਰ ਦਾ ਅਖੀਰਲਾ ਸਮਾਂ ਆ ਗਿਆ ਹੈ। ਹੁਣ ਤੁਸੀਂ ਪ੍ਰਭੂ ਨੂੰ ਯਾਦ ਕਰਨਾ ਹੈ। ਇਹੋ ਹੁਣ ਤੁਹਾਡਾ ਕਾਰਜ ਹੈ। ਨਿਤਾ ਪ੍ਰਤੀ ਸਵੇਰੇ ਉੱਠ ਕੇ ਵਾਹਿਗੁਰੂ 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 ਕਰਦੇ ਰਹਿਣਾ ਹੈ। ਇਹ ਕਾਰਜ ਰੋਜ਼ ਕਰੋ। ਖੇਮੇ ਛਤਰ ਸਰਾਏ 'ਚ ਦਿਸਣ ਰਥ ਪੀੜੇ। ਫਿਰ ਤੁਹਾਨੂੰ ਦੱਸਦੇ ਹਾਂ, ਜਿਸ ਖਾਤੇਦਾਰੀ ਪ੍ਰਯੋਜਨ ਹਿੱਤ ਮਨੁੱਖ ਨੇ ਦਿਨ ਰਾਤ ਇੱਕ ਕੀਤਾ ਹੈ, ਤੁਸੀਂ ਸਮਝਦੇ ਹੋ ਨਾ, ਮਨੁੱਖ ਦੀ ਜਿੰਨੀ ਭੱਜ ਦੌੜ ਹੈ, ਸਭ ਆਪ ਦੇ ਹੰਕਾਰ ਨੂੰ ਪੱਠੇ ਪਾਉਣ ਦਾ ਕੰਮ ਹੈ। ਹੰਕਾਰ ਨੂੰ ਬੜਾਵਾ ਦੇਣ ਦਾ ਕਾਰਜ ਹੈ। ਮਨੁੱਖ ਹੰਕਾਰ ਨੂੰ ਵਧਾਉਣ ਵਾਸਤੇ ਬੜੇ ਯਤਨ ਕਰਦਾ ਹੈ, ਪਰ ਹੰਕਾਰ ਨੂੰ ਤੋੜਨੇ ਵਾਸਤੇ ਇੱਕ ਤਿਲ ਮਾਤਰ ਵੀ ਕੋਈ ਕਾਰਜ ਨਹੀਂ ਕਰਦਾ ਹੈ। ਇਹ ਪਿਤਾ ਜੀ ਤੁਹਾਨੂੰ ਦੱਸਦੇ ਹਾਂ, ਜਦੋਂ ਮਨੁੱਖ ਸਾਧਨਾ ਕਰਦਾ ਹੈ ਨਾ, ਸਾਧਨਾ ਕਰਦਿਆਂ ਹੋਇਆਂ ਇੱਕ ਇਹੋ ਜਿਹੀ ਅਵਸਥਾ ਆਉਂਦੀ ਹੈ, ਮਨੁੱਖ ਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ।
ਔਰ ਰਿੱਧੀਆਂ ਸਿੱਧੀਆਂ ਆ ਕੇ ਫਿਰ ਕਹਿੰਦੀਆਂ ਨੇ ਕਿ ਸਾਨੂੰ ਕੋਈ ਸੇਵਾ ਦਾ ਮੌਕਾ ਦਿਓ। ਉਹ ਸਤਿਗੁਰੂ ਜੀ ਹੁਣ ਬਿਆਨ ਕਰਦੇ ਨੇ, ਜਿਵੇਂ ਸਤਿਗੁਰਾਂ ਦਾ ਇੱਕ ਬਚਨ ਹੋਰ ਵੀ ਹੈ ਕਿ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਵਿੱਚ ਮਸਤ ਰਹਿੰਦਾ ਹੈ ਅਤੇ ਰਿੱਧੀਆਂ ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ, ਫਿਰ ਜਿਸ ਦੇ ਹਿਰਦੇ ਵਿੱਚ ਨਾਮ ਵਸ ਗਿਆ ਹੈ ਉਹ ਰਿੱਧੀਆਂ ਸਿੱਧੀਆਂ ਦੀ ਪਰਵਾਹ ਵੀ ਨਹੀਂ ਕਰਦਾ ਹੈ। ਰਿੱਧੀਆਂ ਸਿੱਧੀਆਂ ਵਿੱਚ ਕੀ ਹੁੰਦਾ ਹੈ? ਜਿਹੜੀਆਂ 8 ਸਿੱਧੀਆਂ ਮੰਨੀਆਂ ਗਈਆਂ ਨੇ, ਜਿਸ ਵਿੱਚ ਆਪਣੇ ਆਪ ਨੂੰ ਛੋਟਾ ਬਣਾ ਲੈਣਾ, ਆਪਣੇ ਆਪ ਨੂੰ ਮਨ ਚਾਹੇ ਵੱਡੇ ਆਕਾਰ ਦਾ ਬਣਾ ਲੈਣਾ, ਮਨ ਚਾਹੇ ਇੱਥੇ ਬੈਠੇ ਹਾਂ ਸਾਰੀ ਦੁਨੀਆ ਵਿੱਚ ਕੀ ਹੋ ਰਿਹਾ ਹੈ ਇੱਥੋਂ ਹੀ ਗਿਆਤ ਹਾਸਿਲ ਕਰ ਲੈਣੀ, ਇੱਥੇ ਬੈਠੇ ਹਾਂ ਜੋ ਚਾਹੀਏ ਕਰ ਲੈਣਾ, ਇੱਛਾ ਪੂਰਨ ਕਰ ਲੈਣੀ, ਕਿਸੇ ਨੂੰ ਵਸ ਵਿੱਚ ਕਰ ਲੈਣਾ। ਇਹ ਸਿੱਧੀ ਹੈ 8 ਤਰ੍ਹਾਂ ਦੀ। ਫਿਰ ਰਿੱਧੀਆਂ ਨੇ ਭੋਜਨ ਆਪਣੀ ਚੁਟਕੀ ਨਾਲ ਭੋਜਨ ਤਿਆਰ ਕਰ ਲੈਣਾ। ਜਿਨ੍ਹਾਂ ਦੇ ਸਥਾਨ 'ਤੇ ਅਸੀਂ ਬੈਠੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ, ਇਹਨਾਂ ਕੋਲ ਇਹ ਸੁਭਾਵਕ ਸਨ ਇਹ ਰਿੱਧੀਆਂ ਸਿੱਧੀਆਂ। ਇਹਨਾਂ ਦੇ ਕੋਲ ਕਿਉਂਕਿ ਇਹਨਾਂ ਨੇ ਕਿਸੇ ਸਾਧੂ ਦੀ, ਔਗੜਨਾਥ ਨਾਮ ਦੇ ਸਾਧੂ ਦੀ ਸੇਵਾ ਕੀਤੀ ਸੀ, ਉਹ ਸੇਵਾ ਕਰਨ ਦੇ ਫਲ ਅਨੁਸਾਰ ਉਹਨਾਂ ਨੇ ਰਿੱਧੀਆਂ ਸਿੱਧੀਆਂ ਇਹਨਾਂ ਨੂੰ ਸੁਭਾਵਕ ਬਖਸ਼ ਦਿੱਤੀਆਂ ਸੀ। ਪਰ ਗੁਰੂ ਕੇ ਸਿੱਖ ਨੂੰ ਜੇਕਰ ਰਿੱਧੀਆਂ ਸਿੱਧੀਆਂ ਚਾਹੀਦੀਆਂ ਨੇ, ਸੰਸਾਰ ਵਿੱਚ ਸੁੱਖ ਭੋਗਣਾ ਚਾਹੁੰਦਾ ਹੈ, ਤਾਂ ਸਤਿਗੁਰੂ ਕਹਿ ਲੱਗੇ ਖੇਮੇ ਛਤਰ ਸਰਾਏ ਜੇ। ਜਦੋਂ ਨਾਮ ਜਪਦੇ ਹੈ ਉਹਦੇ ਫਿਰ 4 ਚੁਫੇਰੇ ਤੰਬੂ ਤਾਣੇ ਜਾਂਦੇ ਹੈ, ਛਤਰ ਝੁਲਦੇ ਨੇ ਉਹਦੇ। ਇਸ ਇੱਕ ਕਲਪਨਾ ਮਾਤਰ ਨਹੀਂ ਹੈ। ਕਈ ਗੁਰਮੁਖਾਂ ਨੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦਾ ਅਨੁਭਵ ਬਿਆਨ ਕੀਤਾ ਹੈ। ਕਈ ਇਸ ਤਰ੍ਹਾਂ ਦੱਸਦੇ ਸੀ, ਇੱਕ ਗੁਰਮੁਖ ਪਿਆਰਾ ਦੱਸਦਾ ਸੀ ਕਿ ਮੈਂ ਸਾਧਨਾ ਕਰਦਾ ਕਰਦਾ 12-12 ਘੰਟੇ ਚੌਂਕੜਾ ਲਗਾ ਲੈਂਦਾ ਸੀ, ਅਤੇ ਫਿਰ ਕਹਿਣ ਲੱਗਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਕੋਈ ਫੁੱਲ ਮੇਰੇ 'ਤੇ ਸੁੱਟਦਾ ਪਿਆ ਹੈ। ਕਹਿਣ ਲੱਗਾ ਫੁੱਲ ਤਾਂ ਮੈਨੂੰ ਨਹੀਂ ਸੀ ਦਿਸਦੇ, ਪਰ ਸੁਗੰਧੀ ਬੜੀ ਆਇਆ ਕਰਦੀ। ਕਈ ਵਾਰ ਮੇਰੇ ਨਾਲ ਇਸ ਤਰ੍ਹਾਂ ਹੋਇਆ। ਐਸੀਆਂ ਘਟਨਾ ਵਾਪਰ ਜਾਂਦੀਆਂ ਨੇ ਜਦੋਂ ਮਨੁੱਖ ਨਾਮ ਜਪਦਾ ਹੈ। ਕਹਿਣ ਲੱਗੇ ਖੇਮੇ ਛਤਰ ਸਰਾਏ 'ਚ, ਖੇਮੇ ਨਾਮ ਤੰਬੂ ਦਾ ਹੈ, ਕਨਾਤਾਂ ਤਣੀਆਂ ਜਾਂਦੀਆਂ ਨੇ। ਜਿਵੇਂ ਦੁਰਯੋਧਨ ਸੀ ਨਾ, ਉਹ ਜਦੋਂ ਚੱਲਦਾ ਸੀ ਨਾ ਸਾਧ ਸੰਗਤ ਜੀ, ਉਹਦਾ ਮੰਨ ਲਓ ਇੱਥੋਂ ਲੈ ਕੇ ਤਕਰੀਬਨ 150 ਕਿਲੋਮੀਟਰ ਤੱਕ ਉਹਦੀ ਸੈਨਾ ਚੱਲਦੀ ਸੀ। ਇੰਨੀ ਵੱਡੀ ਉਹਦੀ ਸੈਨਾ ਸੀ। ਪਰ ਕਲਗੀਧਰ ਜੀ ਨੇ ਕਿਹਾ ਦੁਰਯੋਧਨ ਸੇ ਮਾਨਧਾਰੀ, ਦੁਰਯੋਧਨ ਵਰਗੇ ਮਾਨਧਾਰੀ ਕਿੱਥੇ ਗਏ? ਸਭ ਨਾਸ ਹੋ ਗਏ। ਇਸ ਵਾਸਤੇ ਗੁਰੂ ਕੇ ਸਿੱਖ ਰਿੱਧੀਆਂ ਸਿੱਧੀਆਂ ਵਿੱਚ ਮਨ ਨਹੀਂ ਪਰਚਾਉਂਦੇ ਹੈ। ਪਰ ਜੇਕਰ ਕਿਸੇ ਨੂੰ ਇਹ ਮਨ ਵਿੱਚ ਹੋਏ ਸੰਸਾਰ ਕਿ ਸੰਸਾਰੀ ਮਨੁੱਖ ਇੰਨਾ ਕੁਝ ਕਰਦੇ ਹੈ, ਅਸੀਂ ਕਿਉਂ ਨਾ ਕਰ ਸਕੀਏ, ਤਾਂ ਸਤਿਗੁਰੂ ਕਹਿਣ ਲੱਗੇ ਨਾਮ ਦੇ ਬਲ ਕਰਕੇ ਇਹ ਸਾਰਾ ਕੁਝ ਹੋ ਜਾਂਦਾ ਹੈ। ਸ਼ਾਇਦ ਤੁਹਾਨੂੰ ਪਤਾ ਹੋਏ ਇਹ ਹਿੰਦੁਸਤਾਨ ਵਿੱਚ ਪਹਿਲੇ ਜਿੰਨੇ ਰਿਸ਼ੀ ਮੁਨੀ ਹੋਏ ਹੈ, ਉਹ ਸਾਧਨਾ ਕਰਕੇ ਮੰਤਰ ਸਿੱਧੀਆਂ ਕਰਕੇ ਕਿੰਨਾ ਹੀ ਕੁਝ ਹਾਸਲ ਕਰ ਲੈਂਦੇ ਸੀ, ਕਿੰਨੇ ਯੰਤਰ ਮੰਤਰ ਕਰਕੇ। ਤਾਂ ਹੁਣ ਜਿਹੜੇ ਅੱਜ ਕੱਲ੍ਹ ਜਹਾਜ਼ ਚੱਲੇ ਹੈ, ਇਹ ਤੁਹਾਨੂੰ ਸ਼ਾਇਦ ਪਤਾ ਹੋਏ ਪਹਿਲੇ ਉੱਡਣ ਖਟੋਲਾ ਕਿਹਾ ਜਾਂਦਾ ਸੀ। ਉਹ ਵੀ ਆਕਾਸ਼ ਵਿੱਚ ਉੱਡਦੇ ਸੀ। ਜਿਸ ਵੇਲੇ ਹਵਾਈ ਜਹਾਜ਼ ਦੀ ਖੋਜ ਨਹੀਂ ਸੀ ਹੋਈ, ਉਸ ਵੇਲੇ ਵੀ ਇਹ ਹਿੰਦੁਸਤਾਨ ਵਿੱਚ ਪਹਿਲੇ ਹੀ ਇਹ ਅਵਿਸ਼ਕਾਰ ਹੋ ਗਿਆ ਸੀ। ਕੀ ਇਹ ਤੁਸੀਂ ਮੰਨਦੇ ਹੋ? ਇਹ ਨਾਮ ਦੇ ਪ੍ਰਤਾਪ ਕਰਕੇ, ਬੰਦਗੀ ਕਰਕੇ। ਕਹਿਣ ਲੱਗੇ ਉਹਨਾਂ ਦੇ ਫਿਰ ਸਿਰ 'ਤੇ ਛਤਰ ਝੁਲਦੇ ਨੇ, ਸਰਾਏ ਕੇ ਨਾਮ ਹੈ, ਮੰਦਰ ਬਣ ਜਾਂਦੇ ਉਹਨਾਂ ਦੇ ਵਾਸਤੇ, ਘਰ ਬਣ ਜਾਂਦੇ ਨੇ। ਰਥ ਪੀੜੇ ਫਿਰ ਉਹਨਾਂ ਨੂੰ ਵਿਮਾਨ ਲੈਣ ਵਾਸਤੇ ਆਉਂਦੇ ਨੇ, ਰਥ ਆਉਂਦੇ ਨੇ ਲੈਣ ਵਾਸਤੇ ਜਿਹੜੇ ਨਾਮ ਜਪਦੇ ਨੇ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਹੋਏ ਆ ਜਿਹੜੇ, ਉਹਨਾਂ ਦਾ ਇੱਕ ਸੇਵਕ ਸੀ ਭਾਈ ਗੁਰਦਿਆਲ ਸਿੰਘ ਨਾਮ ਦਾ। ਉਹ ਜਦੋਂ ਬਾਣੀ ਤਾਂ ਪੜ੍ਹਦਾ, ਨਾਮ ਤਾਂ ਜਪਦਾ, ਪਰ ਉਹਨੇ ਇਹ ਦੇਖਿਆ ਕਿ ਮਨ ਨਹੀਂ ਟਿਕਦਾ ਹੈ। ਬਾਬਾ ਅਤਰ ਸਿੰਘ ਜੀ ਜਿਸ ਵੇਲੇ ਸਰੀਰ ਤਿਆਗ ਗਏ, ਉਹ ਬਾਬਾ ਗੁਰਦਿਆਲ ਸਿੰਘ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਵਿੱਚ ਆ ਗਏ ਸੀ। ਉਹ ਰੋਜ਼ਾਨਾ ਆਪਦਾ ਨਿਯਮ ਪੂਰਵਕ ਨਿਤਨੇਮ ਕਰਨਾ ਸਵੇਰੇ ਸ਼ਾਮ, ਪਰ ਕਹਿਣ ਲੱਗੇ ਮਨ ਨਹੀਂ ਟਿਕਦਾ ਹੈ। ਅਖੀਰਲਾ ਸਮਾਂ ਆਇਆ ਜਿਸ ਵੇਲੇ, ਤਾਂ ਉਹਨਾਂ ਖੁਦ ਬਿਆਨ ਕੀਤਾ ਸੀ। ਅੰਤ ਵੇਲੇ ਕਹਿਣ ਲੱਗੇ ਕਿ ਮੈਨੂੰ ਭਾਈ ਦਇਆ ਸਿੰਘ ਜੀ ਬੁਲਾ ਰਹੇ ਨੇ, ਉਹ ਗੁਰੂ ਗੋਬਿੰਦ ਸਿੰਘ ਜੀ ਘੋੜੇ 'ਤੇ ਚੜ੍ਹੇ ਨੇ, ਮੈਨੂੰ ਸੱਦਦੇ ਨੇ। ਇਹੋ ਜਿਹੇ ਕੌਤਕ ਹੋ ਜਾਂਦੇ ਨੇ। ਕਈ ਵਾਰੀ ਮਨੁੱਖ ਦੀ ਜੀਵਨ ਦੇ ਵਿੱਚ ਇੰਨੀਆਂ ਅੜਚਣਾਂ ਹੁੰਦੀਆਂ ਨੇ, ਉਹ ਸਾਡੇ ਜਿਹੜੇ ਕਰਮ ਨੇ ਉਹਨਾਂ ਨੂੰ ਖਤਮ ਹੋਣ ਵਾਸਤੇ ਸਮਾਂ ਲੱਗ ਜਾਂਦਾ ਹੈ।
ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿਣ ਲੱਗੇ, ਕੋਈ ਗੁਰੂ ਕਾ ਸਿੱਖ ਨਿਤਨੇਮ ਕਰਦਾ ਹੋਏ ਰੋਜ਼ਾਨਾ ਸਵੇਰੇ ਸ਼ਾਮ, ਕਹਿਣ ਲੱਗੇ ਅਸੀਂ ਦਾਅਵੇ ਨਾਲ ਕਹਿ ਦਿੰਦੇ ਹਾਂ ਉਹ ਮਨੁੱਖ ਜਮਾਂਦੀਪੁਰੀ ਨੂੰ ਨਹੀਂ ਜਾ ਸਕਦਾ ਹੈ, ਉਹਨੂੰ ਜ਼ਰੂਰ ਗੁਰੂ ਘਰ ਨਿਵਾਸ ਮਿਲਦਾ ਹੈ, ਮੋਖ ਪਦਵੀ ਹਾਸਲ ਕਰਦਾ ਹੈ। ਤਾਂ ਕਹਿਣ ਲੱਗੇ ਐਸ ਅਵਸਥਾ ਇਹ ਪਿਤਾ ਜੀ ਉਹਨਾਂ ਨੂੰ ਹਾਸਲ ਹੋ ਜਾਂਦੀ ਹੈ। ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ। ਜਿਨ੍ਹਾਂ ਨੇ ਨਾਮ ਧਿਆਇਆ ਹੈ ਉਹਨਾਂ ਨੂੰ ਇਹੋ ਜਿਹੇ ਕੌਤਕ ਸੁਭਾਵਿਕ ਮਿਲਦੇ ਰਹਿੰਦੇ ਹੈ। ਇਹੋ ਜਿਹੀਆਂ ਘਟਨਾਵਾਂ ਉਹਨਾਂ ਵਾਸਤੇ ਇੱਕ ਆਮ ਜਿਹੀਆਂ ਹੋ ਜਾਂਦੀਆਂ ਨੇ। ਜਿਨ੍ਹਾਂ ਨੇ ਆਪ ਦਾ ਨਿਯਮ ਪੂਰਵਕ, ਕਈ ਗੁਰੂ ਕੇ ਸਿੱਖ ਬਹੁਤ ਜ਼ਿਆਦਾ ਅਭਿਆਸ ਕਰਦੇ ਨੇ ਗੁਰਮੰਤਰ ਦਾ, ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਕਰਦੇ ਹੈ ਔਰ ਉਹਨਾਂ ਨਾਲ ਇਹ ਚੀਜ਼ਾਂ ਸੁਭਾਵਿਕ ਹੋਣ ਲੱਗ ਪੈਂਦੀਆਂ ਨੇ। ਸਾਡਾ ਸੁਭਾਅ ਹੁੰਦਾ ਹੈ ਚਿੱਤ ਕੀਤਾ ਕਰ ਲਿਆ, ਚਿੱਤ ਕੀਤਾ ਅਤੇ ਸਾਰੀ ਦਿਹਾੜੀ ਨਾਲ ਕੁਛ ਕੀਤਾ। ਪਰ ਜਿਹਨਾਂ ਰੋਜ਼ਾਨਾ ਨਿਯਮ ਬਣਾਇਆ ਹੋਇਆ ਹੈ ਉਹ ਸਾਧਨਾ ਹੋ ਜਾਂਦੀ ਹੈ ਨਾ ਧਿਆਨ ਦੁਆਰਾ, ਜਿਸ ਬਾਰੇ ਭਗਤਾਂ ਨੇ ਕਿਹਾ ਹੈ ਨਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡ ਵਿੱਚ ਹੈ ਉਹ ਪਿੰਡੇ ਵਿੱਚੋਂ ਨਜ਼ਰ ਆ ਜਾਏਗਾ। ਜਿਹੜੀ ਸਾਰੀ ਸ੍ਰਿਸ਼ਟੀ ਵਿੱਚ ਜੋ ਹੋ ਰਿਹਾ ਉਹ ਆਪ ਦੇ ਪਿੰਡੇ ਵਿੱਚੋਂ ਖੋਜ ਹੋ ਜਾਏਗੀ। ਕਦੋਂ? ਜਦੋਂ ਨਾਮ ਜਪਾਂਗੇ, ਅੰਤਰ ਧਿਆਨ ਕਰਾਂਗੇ, ਸਮਝਣਾ ਉਹ ਸਾਰਾ ਸੰਸਾਰ ਆਪਣੇ ਅੰਦਰੋਂ ਹੀ ਵਿਆਪਕ ਨਜ਼ਰ ਆਏਗਾ, ਨਜ਼ਰ ਆ ਜਾਏਗਾ ਸਾਰਾ ਕੁਛ। ਤਾਂ ਇੰਨਾ ਉਹਨਾਂ ਨੂੰ ਇਸ ਦੁਨੀਆ ਦਾ ਬੋਧ ਹੋ ਜਾਂਦਾ। ਇਹ ਤਾਂ ਫਿਰ ਉਹਨਾਂ ਵਾਸਤੇ ਇੱਕ ਮਾਮੂਲੀ ਜਿਹੀ ਗੱਲ ਹੋ ਜਾਂਦੀ ਹੈ। ਅੱਗੇ ਸੁਣੋ, ਬਾਬਾ ਮੈਂ ਕਰਮਹੀਣ ਕੂੜਿਆਰ। ਇਹ ਪ੍ਰਭੂ ਪਰਮੇਸ਼ਰ ਜੀ, ਜੇਕਰ ਤੁਹਾਡੇ ਵਿੱਚ ਅਤੇ ਸਾਡੇ ਵਿੱਚ ਕੋਈ ਦੀਵਾਰ ਹੈ ਤਾਂ ਮੈਂ ਨਾਮ ਦੀ ਦੀਵਾਰ ਹੈ। ਮੈਂ ਹੰਗਤਾ, ਜਿਹੜਾ ਹੰਕਾਰ ਹੈ, ਇਹ ਜਿਹੜੀ ਮੈਂ ਹੈ ਨਾ, ਇਹ ਪ੍ਰਭੂ ਦੀ ਬਖਸ਼ਿਸ਼ ਨਹੀਂ ਕਰਨ ਦਿੰਦੀ ਹੈ। ਇਹ ਪ੍ਰਭੂ ਦੀ ਬਖਸ਼ਿਸ਼ ਵਿੱਚ ਦੀਵਾਰ ਬਣੀ ਹੋਈ ਹੈ। ਹੰਕਾਰ ਕਰਕੇ ਅਸੀਂ ਤੁਹਾਡੀ ਬਖਸ਼ਿਸ਼ ਤੋਂ ਹੀਣੇ ਹੋਏ ਹਾਂ, ਝੂਠੇ ਹੋ ਰਹੇ ਹਾਂ ਤੇਰੇ ਦਰ 'ਤੇ, ਹੰਕਾਰ ਕਰ ਬੈਠਦੇ ਹਾਂ। ਵੱਡੇ ਵੱਡੇ ਤਪੀ ਹਠੀਏ ਹੰਕਾਰ ਕਰਕੇ ਰਗੜੇ ਗਏ ਸੀ ਨਾ, ਵੈਸੇ ਉਹਨਾਂ ਦੇ ਜਪ ਤਪ ਤਾਂ ਸਫਲੇ ਸੀ, ਸਿਰਫ ਹੰਕਾਰ ਕਰਕੇ ਗਰਕ ਹੋ ਗਏ। ਅਹੰਕਾਰ ਵੱਡਿਆਂ ਵੱਡਿਆਂ ਨੂੰ ਗਰਕ ਕਰ ਦਿੰਦਾ ਹੈ। ਤਾਂ ਇਹ ਪ੍ਰਭੂ ਜੀ, ਜੇਕਰ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਕੋਈ ਦੀਵਾਰ ਹੈ ਤਾਂ ਉਹ ਹੰਗਤਾ ਦੀ ਹੈ। ਨਾਮ ਨਾ ਪਾਇਆ ਤੇਰਾ ਅੰਧਾ ਭਰਮ ਭੁੱਲਾ ਮਨ ਮੇਰਾ। ਪ੍ਰਭੂ ਜੀ, ਅਸੀਂ ਤੁਹਾਡਾ ਨਾਮ ਨੇ ਹਿਰਦੇ ਵਿੱਚ ਵਸਾਇਆ ਹੈ। ਕਿਉਂ? ਕਿਉਂਕਿ ਸਾਨੂੰ ਮਾਣ ਹੈ। ਸਾਨੂੰ ਕੀ ਹੋਣ ਲੱਗਾ ਹੈ? ਮਨੁੱਖ ਨੂੰ ਮਾਣ ਹੈ। ਮੈਨੂੰ ਕੀ ਹੋਣ ਲੱਗਾ ਹੈ? ਕੀ ਹੋ ਚੱਲਿਆ ਮੈਨੂੰ? ਇਹ ਮਾਣ ਵਿੱਚ ਮਨੁੱਖ ਫੁੱਲਿਆ ਫਿਰਦਾ ਹੈ। ਕਾਹਦਾ ਮਾਣ? ਤਾਂ ਇਹ ਅੰਧਾ ਹੈ ਨਾ, ਇਹ ਗਿਆਨ ਰੂਪ ਨੇਤਰ ਨਹੀਂ ਹੈ। ਗਿਆਨ ਹੋਏ, ਦੂਰਦਰਸ਼ੀ ਹੋਏ ਤਾਂ ਫਿਰ ਕਦੇ ਵਾਸਤੇ ਭਟਕੇ ਨਾ। ਦਿਲ ਲੰਮੀ ਨਜ਼ਰ ਨਿਹਾਲੀਆ, ਜਿਨ੍ਹਾਂ ਦੀ ਨਜ਼ਰ ਲੰਮੀ ਹੈ, ਦੂਰਦਰਸ਼ੀ ਹੈ, ਉਹ ਤਾਂ ਕਦੇ ਵਾਸਤੇ ਉਲਝਦੇ ਨਹੀਂ ਹੈ। ਜਿਨ੍ਹਾਂ ਦੇ ਦਾਇਰੇ ਛੋਟੇ ਹੈ, ਜਿਨ੍ਹਾਂ ਦੇ ਚਿੱਤ ਵਿੱਚ ਛੋਟੇ ਜਿਹੇ ਸੰਸਕਾਰ ਪਏ ਹੋਏ ਹੈ, ਉਹ ਉਹਨਾਂ ਵਿੱਚ ਉਲਝ ਕੇ ਖਚਿਤ ਹੋ ਜਾਂਦੇ ਹੈ। ਤਾਂ ਅਸੀਂ ਭਰਮ ਭੁੱਲੇ ਹਾਂ ਤੁਹਾਡੇ ਨਾਮ ਤੋਂ ਬਿਨਾਂ। ਰਹਾਉ ਸਾਧ ਕੀਤੇ ਦੁੱਖ ਪਰ ਫੁੜੇ, ਪੁਰਬ ਲਿਖੇ ਪਾਏ। ਜਿਨ੍ਹਾਂ ਨੇ ਰਸਕਸ ਆਪ ਦੇ ਜੀਵਨ ਵਿੱਚ ਹੰਢਾਇਆ ਹੈ, ਜਿਨ੍ਹਾਂ ਨੇ ਸੁੱਖ ਮਾਣੇ ਨੇ ਜ਼ਿੰਦਗੀ ਵਿੱਚ, ਦੂਸਰੇ ਜਿਨ੍ਹਾਂ ਨੇ ਦੁੱਖ ਹੰਢਾਏ ਨੇ ਜ਼ਿੰਦਗੀ ਵਿੱਚ। ਇੱਕ ਨੇ ਸੁੱਖ ਮਾਣਿਆ ਹੈ, ਇੱਕ ਦੀ ਸਾਰੀ ਜ਼ਿੰਦਗੀ ਦੁੱਖ ਵਿੱਚ ਲੰਘਦੀ ਪਈ ਹੈ। ਸਤਿਗੁਰੂ ਕਹਿ ਲੱਗੇ ਦੋਨੋਂ ਪੂਰਬ ਲਿਖੇ ਮਾਏ। ਇਹ ਦੋਨੋਂ ਕਰਮਾਂ ਦੇ ਕਰਕੇ, ਜਿਸ ਕਰਮ ਦੁਆਰਾ ਅਸੀਂ ਆਪ ਦਾ ਹੰਕਾਰ ਪ੍ਰਗਟ ਕੀਤਾ, ਉਹ ਕਰਮ ਫਿਰ ਫਲ ਦੇਣ ਵਾਸਤੇ ਤਤਪਰ ਹੋ ਗਿਆ। ਮਨੁੱਖ ਨੇ ਕੁਝ ਚੰਗਾ ਕੰਮ ਕੀਤਾ ਹੈ, ਮੰਨ ਲਓ ਕੋਈ ਦਾਨ ਹੀ ਕਰ ਦਿੱਤਾ ਕਿਸੇ ਨੂੰ, ਉਹ ਦਾਨ ਕਰਕੇ ਮਨੁੱਖ ਨੂੰ ਹੋ ਗਿਆ ਸ਼ਾਇਦ ਮੇਰੇ ਵਰਗਾ ਕੋਈ ਦਾਨੀ ਨਹੀਂ ਹੈ। ਇਹ ਦਾਨੀ ਪੁਣੇ ਦਾ ਹੰਕਾਰ, ਉਹ ਕਰਮ ਬਣ ਗਿਆ ਹੈ। ਹੁਣ ਕਰਮ ਬੀਜ ਬੋਇਆ ਗਿਆ ਹੈ, ਹੁਣ ਫਲ ਦੇਵੇਗਾ। ਅੱਜ ਦੇਵੇਗਾ, ਕੱਲ੍ਹ ਦੇਵੇਗਾ, ਚਾਹੇ ਅਗਲੇ ਜਨਮ ਵਿੱਚ। ਹੁਣ ਫਲ ਦੇਣ ਤੋਂ ਬਿਨਾਂ ਰਹਿ ਨਹੀਂ ਸਕਦਾ ਹੈ। ਇਸ ਕਰਕੇ ਜਿੰਨੇ ਜਿੰਨੇ ਕਰਮ ਬੀਜੇ ਅਸੀਂ, ਮਨੁੱਖ ਕਿਸੇ ਨੂੰ ਮਾਰ ਕੇ, ਕਿਸੇ ਨੂੰ ਕੁੱਟ ਕੇ ਉਹਦਾ ਵੀ ਹੰਕਾਰ ਜਣਾਉਂਦਾ। ਵੇਖਿਆ ਕਿਵੇਂ ਉਹਨੂੰ ਮਾਰਿਆ ਸੀ, ਬੜਾ ਮਾਣ ਵਿੱਚ ਸੀ, ਉਹਨੂੰ ਇਸ ਤਰ੍ਹਾਂ ਉਹਨੂੰ ਸਬਕ ਸਿਖਾਇਆ। ਇਹ ਵੀ ਮਾਣ ਹੈ, ਹੰਕਾਰ ਹੈ ਆਪ ਦੇ ਬਲ ਦਾ, ਪ੍ਰਭਤਾ ਦਾ। ਤਾਂ ਕਹਿਣ ਲੱਗੇ ਜੋ ਜੋ ਕਰਮ ਕੀਤੇ ਨੇ ਉਹ ਕਰਮਾਂ ਦਾ ਫਲ ਮਿਲਦਾ ਹੈ। ਜੇ ਤਰ੍ਹਾਂ ਦਾ ਕਰਮ ਕਰਾਂਗੇ ਉਹੋ ਜਿਹਾ ਫਲ ਮਿਲੇਗਾ। ਜੇ ਕਿਸੇ ਨੂੰ ਦੁਖੀ ਕੀਤਾ ਹੈ ਤਾਂ ਦੁਖੀ ਹੋਣਾ ਹੀ ਪਵੇਗਾ। ਜੇ ਸੁਖੀ ਕੀਤਾ ਹੈ ਤਾਂ ਫਿਰ ਸਾਨੂੰ ਸੁੱਖ ਮਿਲਣ ਤੋਂ ਰਹਿ ਨਹੀਂ ਸਕਦਾ। ਸੁੱਖ
पर कबीर साहिब हो गए भगत साहिबान, वो कहते हैं जे सुख दे, कह लगे जे सुख भी दे तो की हो जाएगा, जे भुख भी दे तो की हो जाएगा, दुख भी दे की हो जाएगा, यह तुहाडियां बख्शिशां ने। पर भगत कहते हैं कि जे सुख मंगत दुख आगा आवे, जे सुख मंगते हैं तो दुख नाल ही आ जाता है। शायद जिंदगी के तजर्बेदार मनुख इस गल नूं जाणदे होण। कई बार बंदा अपने आप मुहारे हसदा है, अपने आप उन्होंने एक आनंद जिहा महसूस होंदा है, उन्होंने ये भी पता है कि अज कोई अलौकिक घटना भी नहीं वापरी है, पर फिर भी अज बड़ा झाड़ जिहा चढ़िया होया है, बड़ी शांति जी है। यह समझना किसी नूं खुश कीता होवेगा, वो अज खुशी तेरे अपने आप तेरे अंदर आप मुहारे प्रगट हो रही है। तैनूं होर कोई खुश करने वाला नहीं है। तू आपे अपने पैर विचों बेड़ियां तोड़ सकदा है, आपे आप नूं बन सकदा है। यह तेरे कोल परमेश्वर ने स्वतंत्रता बख्शी है। तू चाहे तो आज़ाद हो सकदा है, चाहे तो बंधिया जा सकदा है। सुनिया कोई तोता सी पिंजरे दे विच पिया होया, वो तोता किसी ने उहनूं रटाया होया सी, क्योंकि तोते की बोली तो आप वैसे वो अपनी तो वखरी है, पर जेकर उन्होंने बंदा कोई गालां बोलियां सिखावे वो गालां कढ़न लग पैंदा है, जे उन्होंने कोई राम राम अखवाए तो राम राम जपन लग पैंदा है। तो वो किसी ने उन्होंने आज़ादी आज़ादी का नारा लगाउणा सिखा दिता सी, ते वो तोता पिंजरे विच पिया पिया करी जांदा सी, आज़ादी आज़ादी, मैं आज़ाद होना चाहुंदा हाँ। मनुख कोई आया, उन्हें तरस किया कोई कि चलो बेचारा जीव पिंजरे विच है, मैं छड्ड देवां। उन्हें बड़ा ओला जा देख के, पड़दा जा देख के वो तोते नूं बाहर कढ़ दिता पिंजरे विचों। ते फिर पिंजरे विचों जदों बाहर कढ़िया है, आप अंदर चला गया, सोचा हुण ते तोता उड़ गया होएगा, पर की देखिया है सवेर चढ़ी है तो तोता फिर उहदे विच पिंजरे विच। यह साडी हालत है, असीं जकड़े होए हाँ अपणियां आदतां दे बझे होए। जे सानूं कोई छडाउणा भी चाहे असीं नहीं छड्ड सकदे हां, क्योंकि आदतां छड्डणियां बा मुश्किल है। समझिया तो फिर आदतां अपने आप छुट सकदियां ने, पर जे मल्लो जोरी छड्डना चाहोगे नहीं छुट सकदियां। कह लगे जिन्ने दुख है सुख है, यह पूर्व लिखे कर्मां द्वारा भोगदे पए हाँ। सुख थोड़े दुख अगले, दुखे दुख विहाए। सुख थोड़े ने दुख बहुते ने जिंदगी दे विच। तुसीं आपकी जिंदगी में झाती मार के देखो हाँ, सुख किन्ने क होणगे, किन्ने क आपां सुख माणे है। सिर्फ 2-4 दिन किधरे सानूं मसां ही छाण बीण करके चेते आउणगे कि फलाणे दिन असीं बड़े खुश सी, पर जेकर दुख की गल करिए मनुख आपदियां किताबां भरी जाएगा, मैं उदन भी दुखी सी, मैं उदन भी बड़ा दुखी सी, उदन बड़ा रोया सी, अज फिर दुखी हाँ। दुख फरोलेगा दुख वधदा ही जाएगा, क्योंकि पल पल दुख सता रहा है। सुख बहुता ही थोड़ा जिहा है, पर लालसा बड़ी है इस सुख की, क्योंकि इस सुख विच आकर्षितपन है। सुख दे करके मनुख के मन में ये आया है खौरे मैं सुखी हो जावांगा, पर यह संसार तुछ मात्र है, इहदा सुख सदा नहीं रहने वाला, सदैवी नहीं है। क्योंकि देखते भी पे हाँ जिहड़े सुखां दे खातर असीं कोशिश कर रहे हैं, वो सुख साडे हुंदियां हुंदियां नाश हुंदे जा रहे हैं, तो फिर किहदी आपां इच्छा रखांगे। कह लगे सुख थोड़े दुख अगले, दुखे दुख विहाए। मनुख दुखों में ही सारी जिंदगी बतीत कर लेंदा है, दुखों में ही सारी जिंदगी कट लेंदा है, पर प्रभु नूं याद नहीं करता है। उन्हों याद करन तो बिना दुख जा नहीं सकते है किधरे। विछड़िया का क्या विछड़ै, मिलिया का क्या मेल। जिहड़े विछड़ गए प्रभु नाल, उन्होंने होर किन्ना क विछोड़ांगे असीं, उन्होंने होर किन्ना क ताड़ांगे। मान लो कोई मनुख मनमुखताई वाले बचन करता पिया है, वो विछड़िया होया है, टुटा होया है। वो टुटे हुए जीव नूं असीं झिड़कांगे भी, उन्होंने मारांगे कुटांगे भी, की फर्क पएगा, क्योंकि उहदी बुद्धि विच उहदे हिरदे विच प्रभु नाम की कोई हस्ती है ही नहीं है। वो विछड़े नूं की विछोड़ांगे, जिहड़ा पहलां ही विछड़िया है उन्होंने मार भी देवांगे तो की फर्क पएगा, कुछ नहीं होएगा। पर जिहड़े मिले हुए है उन्होंने कोई विछोड़ नहीं सकता है। जिहड़े मिले है उन्होंने बंद बंद कटे जा सकते हैं, रोम रोम कटिया जा सकता है, पर वो कदे वास्ते डोलते नहीं है, वो मिले रहते हैं। एक गुरबाणी का शब्द आता है कि मूवे को मूवा मिले, तुरदे को तुरदा मिले, मूवे को मूवा।
ਇਹ ਜ਼ਿੰਦਗੀ ਦਾ ਸਾਰਾ ਅਨੁਭਵ ਹੈ ਦੇਖ ਲੈਣਾ। ਜੇਕਰ ਸਾਡੀ ਬੁੱਧੀ ਖੋਟੀ ਹੈ ਤੇ ਸਾਨੂੰ ਖੋਟੇ ਬੰਦਿਆਂ ਦਾ ਸੰਗ ਹੋਵੇਗਾ। ਜੇ ਸਾਡੇ ਅੰਦਰ ਕੁਝ ਚੰਗੇ ਸੰਸਕਾਰ ਹੈ, ਕੁਝ ਸ਼ੁਭ ਗੁਣ ਹੈ, ਤੁਹਾਨੂੰ ਕੋਈ ਟਾਵੇਂ ਬੰਦੇ ਟੱਕਰਨਗੇ। ਪਰ ਜੇ ਮੂੜਤਾਈ ਵਾਲਾ ਸੁਭਾਅ ਹੈ, ਰੋਜ਼ ਤੁਹਾਡੇ ਨਵੇਂ ਮਿੱਤਰ, ਰੋਜ਼ ਯਾਰੀਆਂ ਤੁਹਾਡੀਆਂ ਨਵੀਆਂ ਪੈਣਗੀਆਂ। ਕਿਉਂਕਿ ਮੂੜ ਜਿਹੜੇ ਮੂਰਖ ਬੰਦੇ, ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ, ਲੱਖਾਂ ਹੀ ਤੁਰੇ ਫਿਰਦੇ ਹੈ। ਪਰ ਜੋ ਸਿਆਣਾ ਹੈ, ਕੋਈ ਟਾਵਾਂ ਹੈ। ਮੂਵੇ ਨੂੰ ਮੂਵੇ ਦਾ ਮਿਲਾਪ ਹੋ ਜਾਂਦਾ ਹੈ ਤੇ ਤੁਰਦਾ ਹੋਇਆ ਰਾਹਗੀਰ, ਉਹਨੂੰ ਕੋਈ ਨਾਲ ਸੰਗੀ ਮਿਲ ਜਾਂਦਾ ਹੈ। ਐਸੀ ਹਾਲਤ ਹੈ, ਜਿਹੜਾ ਦੁਖੀ ਹੈ, ਵਿਛੜਿਆ ਹੋਇਆ ਹੈ, ਉਹਨੂੰ ਵਿਛੜਿਆਂ ਦਾ ਸੰਗ ਮਿਲ ਜਾਂਦਾ ਹੈ। ਪਰ ਜਿਹੜੇ ਜੁੜੇ ਹੋਏ ਹੈ, ਉਹਨਾਂ ਦੀ ਹਾਲਤ ਬਿਆਨ ਕਰਦੇ ਹੈ। ਕਬੀਰ ਸੰਤ ਨਾ ਛੋੜਈ ਸੰਤਈ, ਜੇ ਕੋਟਿਕ ਮਿਲੈ ਅਸੰਤ। ਜਿਹੜਾ ਪੂਰਨ ਸੰਤ ਹੈ, ਉਹ ਭਾਵੇਂ ਬਹੁਤਿਆਂ ਨਾਲ, ਬਹੁਤੇ ਨਾਸਤਿਕਾਂ ਨਾਲ ਮਿਲ ਪਵੇ, ਸ਼ਰਾਬੀ ਕਬਾਬੀਆਂ ਨਾਲ ਕਿਉਂ ਨਾ ਮਿਲ ਪਵੇ, ਉਹਦੀ ਸੰਤਈ ਨਹੀਂ ਟੁੱਟ ਸਕਦੀ ਹੈ। ਉਹਦਾ ਗੁਰਮੁਖ ਵਾਲਾ ਸੁਭਾਅ ਨਾਸ ਨਹੀਂ ਹੋ ਸਕਦਾ ਹੈ। ਸਾਹਿਬ ਸੋ ਸਾਲਾਹੀਐ, ਜਿਨ ਕਰ ਦੇਖਿਆ ਖੇਲ। ਇਹ ਪਿਤਾ ਜੀ, ਉਹ ਸਾਹਿਬ ਮਾਲਕ ਨੂੰ ਸਦਾ ਸਲਾਹੁਣਾ ਚਾਹੀਏ, ਜਿਸ ਨੇ ਸਾਰਾ ਸੰਸਾਰ, ਸਾਰਾ ਆਲਮ ਬਣਾਇਆ ਹੋਇਆ ਹੈ। ਸੰਜੋਗੀ ਮੇਲਾਵੜਾ, ਇਨ ਤਨ ਕੀਤੇ ਭੋਗ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਏ ਤੇ ਮਿਲਾਵੜਾ ਹੋ ਜਾਂਦਾ ਹੈ, ਮਿਲਾਪ ਹੋ ਜਾਂਦਾ ਹੈ। ਇਹ ਉਹਦਾ ਦਰ ਕਿਧਰੇ ਦੂਰ ਨਹੀਂ ਹੈ, ਉਹਦਾ ਦਰ ਸਾਡੇ ਅੰਦਰ ਹੀ ਹੈ। ਜਿੱਦਣ ਹੀ ਤੂੰ ਮਨ ਵਿੱਚ ਸੰਕਲਪ ਕੀਤਾ ਹੈ ਕਿ ਮੈਂ ਮਿਲਣਾ ਹੈ, ਇੱਕ ਮਨ ਵਿੱਚੋਂ ਡਰ ਖਤਮ ਕਰ ਦੇ। ਤੁਸੀਂ ਦੇਖਿਆ ਹੈ, ਬੰਦਾ ਭਰੋਸਾ ਨਹੀਂ ਕਰ ਸਕਦਾ ਰੱਬ 'ਤੇ। ਜਦੋਂ ਭਰੋਸਾ ਕਰ ਲਿਆ, ਫਿਰ ਦੂਰ ਨਹੀਂ ਕੋਈ। ਸੁਣਿਆ ਹੈ, ਕੋਈ ਆਦਮੀ ਸੀ, ਉਹ ਸਮਾਧੀ ਵਿੱਚ ਲੀਨ ਹੈ। ਕੋਈ ਤੋਤਾ ਸੀ, ਉਹ ਕਿਸੇ ਨੇ ਜਕੜਿਆ ਹੋਇਆ ਸੀ। ਉਹ ਤੋਤਾ ਰੋਜ਼ ਕਹਿੰਦਾ ਹੈ ਕਿ ਮੇਰੀ ਖਲਾਸੀ ਨਹੀਂ ਹੁੰਦੀ ਹੈ, ਤੇ ਤੁਸੀਂ ਕਹਿੰਦੇ ਹੋ ਰੋਜ਼ ਰਾਮ ਰਾਮ ਕਰਿਆ ਕਰੋ। ਰਾਮ ਅਸੀਂ ਰੋਜ਼ ਕਰਦੇ ਹਾਂ, ਪਰ ਸਾਡੀ ਤੇ ਖਲਾਸੀ ਹੁੰਦੀ ਨਹੀਂ ਹੈ। ਇਹ ਤਰਕ ਬੁੱਧੀ ਦਾ ਸਵਾਲ ਹੁੰਦਾ, ਸਾਰੇ ਮਨੁੱਖਾਂ ਦਾ ਸਵਾਲ ਹੈ ਇਹ। ਹਰ ਮਨੁੱਖ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਵਾਹਿਗੁਰੂ ਕਰਨ ਨਾਲ ਖਲਾਸੀ ਹੁੰਦੀ ਹੈ, ਅਸੀਂ ਤੇ ਰੋਜ਼ ਕਰਦੇ ਹਾਂ, ਸਾਨੂੰ ਤੇ ਦੁੱਖ ਹਸਤਾਉਣ ਨੂੰ ਹਟੇ ਨਹੀਂ ਹੱਲੇ। ਉਹ ਤੋਤੇ ਦਾ ਸਵਾਲ ਵੀ ਉਹ ਸੀ। ਉਹਨੇ ਆਖਿਆ ਕਿ ਤੁਸੀਂ ਕਹਿੰਦੇ ਹੋ ਰੋਜ਼ ਰਾਮ ਕਰੋ, ਖਲਾਸੀ ਹੋ ਜਾਂਦੀ ਹੈ, ਪਰ ਸਾਡੀ ਤੇ ਹੁੰਦੀ ਨਹੀਂ। ਉਹਨਾਂ ਆਖਿਆ ਵੀ ਜਿਹੜਾ ਤੂੰ ਰਾਮ ਕਹਿੰਦਾ ਹੈ ਨਾ, ਇਹ ਤੂੰ ਮਾਲਕ ਦੇ ਕਹਿਣੇ 'ਤੇ ਕਹਿੰਦਾ ਹੈ, ਜਿਹਨੇ ਤੈਨੂੰ ਰੱਖਿਆ ਹੋਇਆ। ਉਹ ਜਦੋਂ ਬੋਲਦਾ ਹੈ ਕਿ ਮਿੱਠੂ ਬੋਲ ਰਾਮ ਚੂਰੀ ਪਾਵਾਂ, ਤੇ ਤੂੰ ਰਾਮ ਬੋਲ ਦਿੰਦਾ ਹੈ। ਤੂੰ ਅੱਜ ਰਾਮ ਮੂੰਹ ਵਿੱਚ ਬੋਲ, ਮੂੰਹੋਂ ਨਾ ਬੋਲ, ਆਪ ਦੇ ਮੁੱਖ ਵਿੱਚ ਗੁਪਤ ਬੋਲ। ਤਾਂ ਐਸਾ ਹੀ ਹੋਇਆ। ਉਹ ਤੋਤਾ ਬੋਲਿਆ ਨਾ, ਸਿਰਫ ਚੁੱਪ ਕੀਤਾ ਰਿਹਾ, ਅੰਦਰ ਰਾਮ ਕਰਦਾ ਪਿਆ ਹੈ। ਅੱਜ ਮਾਲਕ ਆਇਆ ਹੈ ਚੂਰੀ ਦੇਣ ਵਾਸਤੇ, ਤੇ ਕੀ ਹੋਇਆ? ਉਹਨੇ ਦੇਖਿਆ ਵੀ ਤੋਤਾ ਤੇ ਹਿਲਦਾ ਜੁਲਦਾ ਨਹੀਂ ਹੈ, ਖੌਰੇ ਮਰ ਗਿਆ ਹੈ। ਉਹਨੇ ਦੇਖਿਆ ਹੈ ਹਿਲਾ ਹਲੂ ਕੇ, ਤੋਤਾ ਤੇ ਬੋਲਦੇ ਕੁਛ ਨਾ, ਕਿਉਂਕਿ ਦਰ ਵੱਟਿਆ ਹੋਇਆ ਸੀ, ਬੋਲ ਨਹੀਂ ਸੀ ਰਿਹਾ ਕੁਛ ਮਹਾਤਮਾ ਦੇ ਬਚਨ ਅਨੁਸਾਰ। ਜਦੋਂ ਉਹਨੇ ਪਿੰਜਰਾ ਖੋਲ੍ਹਿਆ, ਬਾਹਰ ਕੱਢਿਆ ਕਿ ਖੌਰੇ ਮਰ ਗਿਆ ਨਾ ਹੋਵੇ, ਬਾਹਰ ਕੱਢਿਆ ਤੇ ਤੋਤਾ ਫੜਫੜਾ ਕੇ ਉੱਡ ਗਿਆ। ਇਹ ਹੈ ਸਾਡੇ ਜੀਵਨ ਦਾ ਹਾਲਤ ਬਿਆਨ ਕੀਤੀ ਹੋਈ। ਜਿੰਨਾ ਚਿਰ ਅਸੀਂ ਆਪ ਦੇ ਪ੍ਰਯੋਜਨ ਹਿਤ ਪ੍ਰਭੂ ਨੂੰ ਯਾਦ ਕਰਾਂਗੇ, ਮਿਲਾਪ ਨਹੀਂ ਹੋ ਸਕਦਾ ਹੈ। ਜਿਸ ਪ੍ਰਯੋਜਨ ਵਾਸਤੇ ਅਸੀਂ ਸਾਧਨਾ ਕਰਦੇ ਹਾਂ, ਕੋਈ ਜੇਕਰ ਸਾਡੇ ਮਨ ਵਿੱਚ ਇੱਛਾ ਹੈ ਮੈਨੂੰ ਦੁੱਧ ਪੁੱਤ ਮਿਲੇ, ਇਹ ਵੀ ਮਿਲ ਜਾਏਗਾ, ਇਹ ਕੋਈ ਸੰਸ਼ੇ ਵਾਲੀ ਗੱਲ ਨਹੀਂ ਹੈ। ਪਰ ਜੇਕਰ ਨਿਸ਼ਕਾਮ ਹੋ ਕੇ ਕਰੇ, ਇਹ ਤੇ ਮਿਲਣਾ ਹੀ ਹੈ ਤੈਨੂੰ, ਕਿਉਂਕਿ ਤੂੰ ਇਹ ਨਾ ਵੀ ਮੰਗੇ ਤਾਂ ਵੀ ਤੈਨੂੰ ਮਿਲ ਜਾਣਾ ਹੈ। ਪਰ ਉਹ ਦਰ ਇਹੋ ਜਿਹਾ ਹੈ, ਉਹਦਾ ਮਿਲਾਪ ਉਹੋ ਜਿਹਾ ਹੈ, ਉਹਨਾਂ ਚਿਰ ਨਹੀਂ ਮਿਲੇਗਾ ਜਿੰਨਾ ਚਿਰ ਤੂੰ ਦੀਵਾਰ ਨਾ ਖੋਲ੍ਹੇਗਾ। ਕੋਈ ਮਹਿਮਾਨ ਸਾਡੇ ਘਰ ਦੇ ਮੂਹਰੇ ਖੜਾ ਹੈ, ਉਹਨਾਂ ਚਿਰ ਅੰਦਰ ਆਉਣ ਦੀ ਹਿੰਮਤ ਨਹੀਂ ਕਰੇਗਾ ਜਿੰਨਾ ਚਿਰ ਆਪਾਂ ਨਾ ਕਹਾਂਗੇ ਵੀ ਆ ਜਾਓ ਸਾਡੇ ਘਰ, ਕਿਉਂਕਿ ਅਗਲੇ ਵਿੱਚ ਵੀ ਸ਼ਰਮ ਹੈ, ਹਯਾ ਹੈ, ਸੋਚਦਾ ਕਿਵੇਂ ਸਿੱਧਾ ਘਰ ਜਾਵਾਂ। ਰੱਬ ਵੀ ਸੋਚਦੇ ਹੈ ਜੇ ਸਿੱਧਾ ਇਹਦੇ ਕੋਲ ਜਾਵਾਂ, ਇਹਨੇ ਕਦਰ ਨਹੀਂ ਜਾਣਨੀ ਹੈ। ਇੱਕ ਵਾਰੀ ਇਹਦੇ ਕੋਲੋਂ ਕਹਾਵਾਂ, ਇੱਕ ਵਾਰੀ ਇਹ ਆਖੇ ਕਿ ਮੈਂ ਹੁਣ ਦੁਖੀ ਹਾਂ, ਮੈਨੂੰ ਮੇਲ ਲਓ ਆਪਣੇ ਨਾਲ, ਹੁਣ ਨਹੀਂ ਮੈਂ ਸੰਸਾਰ ਵਿੱਚ ਰਹਿਣਾ ਚਾਹੁੰਦਾ। ਜਿੱਦਣ ਇਹਨੇ ਇਹ ਗੱਲ ਆਪਣੇ ਮਨੋਂ ਤਨੋਂ ਹੋ ਕੇ ਕਹਿ ਦਿੱਤੀ, ਤੇ ਪ੍ਰਭੂ ਉਸੇ ਵੇਲੇ ਗਲਵੱਕੜੀ ਵਿੱਚ ਲੈ ਲੈਣਗੇ, ਫਿਰ ਉਹਨੂੰ ਸਦਾ ਹੀ ਸਦੀਵੀ ਆਨੰਦ ਬਖਸ਼ ਦੇਣਗੇ। ਕਹਿਣ ਲੱਗੇ ਕਦੇ ਵੀ ਮਿਲਾਪ ਹੋ ਸਕਦਾ ਹੈ, ਤੂੰ ਇੱਕ ਵਾਰੀ ਚੱਲ ਤੇ ਸਹੀ, ਉਹਦੇ ਮਾਰਗ 'ਤੇ ਚੱਲ। ਵੀ ਜੋਗੀ ਮਿਲ ਵਿਛੜੇ, ਨਾਨਕ ਵੀ ਸੰਜੋਗ। ਜਿਹੜੇ ਵਿਛੜੇ ਹੋਏ ਹੈ, ਉਹਨਾਂ ਦਾ ਵੀ ਕਹਿਣ ਲੱਗੇ ਮਿਲਾਪ ਹੋ ਜਾਂਦਾ ਹੈ। ਇਸ ਤਰ੍ਹਾਂ ਚੌਪਈ ਸੁਣ ਕਾਲੂ ਤਬ ਤੂਸ਼ਣ ਕੀਨੰ, ਇਹ ਅੰਮ੍ਰਿਤਮਈ ਗੁਰਬਾਣੀ ਦਾ ਸੰਦੇਸ਼
ਬਾਬਾ ਕਾਲੂ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਬਖਸ਼ਿਆ ਹੈ ਤਾਂ ਬਾਬਾ ਕਾਲੂ ਚੁੱਪ ਹੋ ਗਏ ਹੈ। ਇਹੋ ਜਿਹਾ ਅਦੁੱਤੀ ਗੁਰਬਾਣੀ ਦਾ ਸੰਦੇਸ਼ਾ ਜਿਸ ਨੂੰ ਸੁਣਾਇਆ ਹੋਏ ਉਹਦਾ ਚਿੱਤ ਕਿਉਂ ਨਾ ਹੁਣ ਸ਼ਾਂਤ ਹੋਏ। ਬਾਬਾ ਕਾਲੂ ਜੀ ਹੁਣ ਨਹੀਂ ਬੋਲਦੇ ਹੈ। ਪਤਾ ਲੱਗ ਗਿਆ ਹੈ ਕਿ ਹੁਣ ਇਹ ਆਮ ਮਨੁੱਖ ਤੇ ਨਹੀਂ ਹੈ, ਇਹ ਤਾਂ ਸਮਝ ਪੈ ਗਈ ਹੈ, ਇਹ ਜ਼ਰੂਰ ਅਵਤਾਰੀ ਹੈ ਔਰ ਸਾਨੂੰ ਤਾਰਨੇ ਵਾਸਤੇ ਆਏ ਨੇ। ਇਹ ਸੁਣ ਕੇ ਤਾਂ ਬਾਬਾ ਕਾਲੂ ਚੁੱਪ ਕਰ ਗਏ। ਪੁਨ ਜਨਨੀ ਕਹਿ ਹੋਵੇ ਮਨ ਦੀਨੰ। ਇੱਧਰ ਜਿਹੜੇ ਮਾਤਾ ਤ੍ਰਿਪਤਾ ਜੀ ਹੈ ਇਹ ਬਹੁਤ ਨਿਮਰਤਾ ਵਿੱਚ ਆ ਕੇ ਤਰਲੇ ਮਿੰਨਤਾਂ ਕਰਦੇ ਨੇ, ਐ ਪੁੱਤਰ ਘਰ ਚੱਲ, ਤੇਰੇ ਵਾਸਤੇ ਅਸੀਂ ਦੇਖੋ ਕਿੱਡਾ ਸੋਹਣਾ ਮਕਾਨ ਬਣਾਇਆ ਹੋਇਆ ਹੈ। ਇੱਕ ਵਾਰੀ ਘਰ ਚੱਲ ਕੇ ਦੇਖੋ ਤੇ ਸਹੀ, ਦੇਖੋ ਕਿੱਡਾ ਅਸੀਂ ਉੱਚਾ ਜਿਹੜਾ ਮੰਦਰ ਖੜਾ ਕੀਤਾ ਹੋਇਆ ਸਿਰਫ ਤੁਹਾਡੇ ਵਾਸਤੇ। ਇੱਕ ਵਾਰੀ ਚੱਲੋ ਸਾਡੇ ਨਾਲ। ਸੰਤ ਸੁਭਾਏ ਅਹ ਸੁਤ ਤੋਰਾ। ਐ ਗੁਰੂ ਨਾਨਕ ਦੇਵ ਜੀਓ, ਮੈਂ ਜਾਣਦੀ ਹਾਂ ਤੁਹਾਡਾ ਸੁਭਾਅ ਸੰਤਾਂ ਵਾਲਾ ਹੈ, ਤੁਸੀਂ ਥੋੜ੍ਹੀ ਕੀਤਿਆਂ ਆਪਣੀ ਜਿੱਦ ਨਹੀਂ ਛੱਡਦੇ ਹੋ, ਪਰ ਫਿਰ ਵੀ ਸਾਡੀ ਬੇਨਤੀ ਸੁਣੋ। ਅਸੀਂ ਤੁਹਾਡੇ ਮਾਤਾ ਪਿਤਾ ਹਾਂ, ਸਾਡੇ 'ਤੇ ਕਿਰਪਾ ਕਰੋ, ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ। ਅਬ ਕੇ ਬਚਨ ਮਾਨੀਏ ਮੇਰਾ। ਇਹ ਪੁੱਤਰ ਹੋਰ ਗੱਲਾਂ ਛੱਡ ਦੇ, ਕਿਰਪਾ ਕਰਕੇ ਇੱਕ ਵਾਰੀ ਮੇਰਾ ਬਚਨ ਮੰਨ ਲੈ। ਸੰਦਨ ਸਦਨ ਵਿਖੇ ਕੋ ਦਿਨ ਚੱਲ ਰਹੀਏ। ਕਹਿਣ ਲੱਗੇ ਕੁਝ ਦਿਨ ਤਾਂ ਰਹਿ ਸਕਦੇ ਹੋ ਨਾ ਪੁੱਤਰ, ਜੇ ਬਹੁਤਾ ਨਹੀਂ ਤੇ 2-4 ਮਹੀਨੇ ਤੇ ਰਹਿ ਹੀ ਜਾਵੋ, ਸਾਨੂੰ ਆਪ ਦਾ ਦਰਸ਼ਨ ਦੇ ਕੇ ਠੰਡ ਪਾ ਜਾਵੋ। ਤਾਂ ਕਰਕੇ ਬਹੁਤਾ ਨਹੀਂ ਤੇ ਥੋੜਾ ਹੀ ਸਹੀ, ਪਰ ਕੁਝ ਦਿਨ ਤਾਂ ਤੁਸੀਂ ਰਹੋ ਨਾ। ਦੇਖੋ ਨਾ, ਤੁਹਾਨੂੰ 12 ਸਾਲ ਹੋ ਗਏ ਨੇ ਆਇਆਂ ਨੂੰ, ਹੁਣ ਥੋੜਾ ਸਮਾਂ ਤੇ ਤੁਸੀਂ ਸਾਡੇ ਵਾਸਤੇ ਕੱਢ ਲਓ ਨਾ। ਬਥੇਰੀ ਦੁਨੀਆ ਤੁਸੀਂ ਤਾਰ ਲਈ ਹੈ, ਹੁਣ ਸਾਨੂੰ ਵੀ ਤਾਰ ਦਿਓ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਗਮਨ ਕਰਨ ਕੋ ਹੱਠ ਨਹਿ ਗਹੀਏ। ਅਤੇ ਹੁਣ ਜਾਣੇ ਦਾ ਹੱਠ ਨਾ ਕਰੋ, ਸਾਡਾ ਬਚਨ ਮੰਨੋ, ਸਾਡੀ ਆਗਿਆ ਮੰਨ ਲਵੋ। ਪੂਰਨ ਕਰ ਅਭਿਲਾਖ ਹਮਾਰੀ। ਸਾਡੀ ਇਹੋ ਇੱਛਾ ਹੈ ਕਿ ਤੈਨੂੰ ਸਦਾ ਹੀ ਆਪਣੀਆਂ ਅੱਖਾਂ ਵਿੱਚ ਸਮਾ ਕੇ ਰੱਖੀਏ, ਤੈਨੂੰ ਦੂਰ ਨਾ ਜਾਣ ਦਈਏ, ਸਦਾ ਹੀ ਹੁਣ ਤੈਨੂੰ ਤੱਕਦੇ ਰਹੀਏ। ਜਿਵੇਂ ਚੱਕਵੀ ਚੰਦਰਮਾ ਨੂੰ ਦੇਖਦੀ ਹੈ ਨਾ, ਮਾਤਾ ਤ੍ਰਿਪਤਾ ਜੀ ਪੁੱਤਰ ਸਤਿਗੁਰੂ ਨਾਨਕ ਦੇਵ ਜੀ ਨੂੰ ਇੱਦਾਂ ਦੇਖੀ ਜਾ ਰਹੇ ਨੇ। ਮੰਨ ਲਓ ਕਈ ਦਿਨਾਂ ਤੋਂ ਪਿਆਸੇ ਨੂੰ ਅੱਜ ਪਾਣੀ ਮਿਲਿਆ ਹੈ, ਐਸੀ ਹਾਲਤ ਹੈ ਮਾਂ ਦੀ, ਕਿਉਂਕਿ ਮਾਂ ਤੇ ਮਾਂ ਹੈ, ਫਿਰ ਤੁਸੀਂ ਸਮਝ ਸਕਦੇ ਹੋ ਪ੍ਰੇਮ ਨੂੰ। ਮਾਤਾ ਵੇਖੀ ਜਾ ਰਹੀ ਹੈ ਅਤੇ ਕਹਿ ਰਹੀ ਪੁੱਤਰ ਸਾਡੀ ਇਹ ਬੇਨਤੀ ਮੰਨ ਲੈ, ਹੁਣ ਘਰੇ ਚਲੇ ਜਾ, ਸਮਾਂ ਬਿਤਾਵੋ ਦ੍ਰਿਸ਼ਟ ਅਗਾਰੀ। ਤੇ ਕੁਝ ਸਮਾਂ ਸਾਡੇ ਨਾਲ ਬਤੀਤ ਕਰ, ਤੁਝ ਬਿਲੋਕ ਮੈਂ ਨਹੀਂ ਅਘਾਈ। ਐ ਸਤਿਗੁਰੂ ਨਾਨਕ ਦੇਵ ਜੀਓ, ਮੈਂ ਤੁਹਾਨੂੰ ਦੇਖ ਦੇਖ ਕੇ ਹਲੇ ਰੱਜੀ ਨਹੀਂ ਹਾਂ। ਐ ਨਾ ਸੋਚੋ ਕਿ ਹੁਣ ਤੁਸੀਂ ਮੈਨੂੰ ਮਿਲ ਲਿਆ ਹੈ, ਹੁਣ ਵਾਪਸ ਚਲੇ ਜਾਓਗੇ। ਮੈਂ ਤੁਹਾਨੂੰ ਦੇਖ ਦੇਖ ਕੇ ਨਹੀਂ ਰੱਜ ਰਹੀ ਹਾਂ, ਮੈਂ ਤੁਹਾਨੂੰ ਹੋਰ ਦੇਖਣਾ ਚਾਹੁੰਦੀ ਹਾਂ। ਇਹ ਮਾਂ ਦਾ ਸਤਿਗੁਰੂ ਨਾਨਕ ਦੇਵ ਦੇ ਪ੍ਰਥਾਏ ਬਚਨ ਕੀਤਾ, ਵਿਛੜੇ ਹੀ ਸਭ ਬੈਸ ਬਿਤਾਈ। ਅਸੀਂ ਵਿਛੜੇ ਹੋਇਆਂ ਨੇ, ਸਾਰੀ ਜ਼ਿੰਦਗੀ ਬਤੀਤ ਕਰ ਲਈ ਹੈ, ਹੁਣ ਸਮਾਂ ਮਿਲਿਆ ਹੈ ਕਰਤਾਰ ਵੱਲੋਂ, ਵਾਹਿਗੁਰੂ ਵੱਲੋਂ, ਹੁਣ ਇਹ ਸਾਡਾ ਸੰਜੋਗ ਜੁੜਿਆ ਹੈ, ਹੁਣ ਕਿਰਪਾ ਕਰਕੇ ਨਾ ਜਾਵੋ। ਬਿਰਧ ਭਈ ਮਨ ਬਹੁ ਲਲਚਾਵਾ। ਕਿਉਂਕਿ ਮੇਰਾ ਸਰੀਰ ਜਿਹੜਾ ਹੈ ਬਿਰਧ ਹੋ ਗਿਆ ਹੈ, ਬੁਢੇਪੇ ਵਿੱਚ ਆ ਗਿਆ ਹੈ। ਹੁਣ ਮੇਰੀ ਇੱਛਾ ਹੈ ਕਿ ਮੈਂ ਮਰਦੇ ਦਮ ਤੱਕ ਤੁਹਾਡੇ ਦਰਸ਼ਨ ਕਰਦੀ ਰਹਾਂ। ਮੈਨੂੰ ਹੋਰ ਹੁਣ ਕੋਈ ਦੁਨਿਆਵੀ ਇੱਛਾ ਨਹੀਂ ਹੈ, ਮੈਨੂੰ ਹੁਣ ਹੋਰ ਕੁਝ ਨਹੀਂ ਚਾਹੀਦਾ ਹੈ, ਸਿਰਫ ਤੇਰੇ ਦਰਸ਼ਨ ਚਾਹੀਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਦੇਖਿਆ ਜਾਂਦਾ ਹੈ, ਇੱਕ ਮਾਈ ਸੀ ਅਤੇ ਉਹਦਾ ਪੁੱਤਰ ਨੂੰ 9 ਸਾਲ ਹੋ ਗਏ ਸੀ, ਉਹ ਸਾਡੇ ਨਜ਼ਦੀਕ ਹੀ ਹੈ ਵੈਸੇ। ਉਹ ਤਰਲੇ ਲੈ ਲੈ ਮਰ ਗਈ ਵੀ ਮੇਰਾ ਪੁੱਤਰ ਆ ਕੇ ਇੱਕ ਵਾਰੀ ਮੈਨੂੰ ਮਿਲ ਜਾਏ, ਪਰ ਉਹ ਐਡਾ ਪਿਓ ਦਾ ਪੁੱਤ ਹਠੀਆ ਆਇਆ ਹੀ ਨਾ ਬਾਹਰੋਂ, ਪਰ ਤਰਲੇ ਲੈ ਲੈ ਵਿਚਾਰੀ ਉਹ ਸਵਾਸ ਤਿਆਗ ਗਈ। ਪਰ ਇਹ ਹਾਲਤ ਹੋ ਜਾਂਦੀ ਵਿਛੋੜੇ ਵਿੱਚ, ਜਦੋਂ ਵਿਛੋੜਾ ਹੋਏ ਮਨੁੱਖ ਕੋ ਸਹਾਰਿਆ ਨਹੀਂ ਜਾਂਦਾ ਹੈ। ਮਾਂ ਨੇ ਬੜੀ ਵਾਰ ਕਹਿਣਾ, ਪਰ ਉਹਨੇ ਚੰਦਰੇ ਨੇ ਬਾਹਰ ਵਿਆਹ ਕੀਤਾ ਹੋਇਆ ਸੀ, ਗੱਲ ਤਾਂ ਇਹ ਸੀ ਹੁਣ ਇੱਧਰ ਸੰਬੰਧ ਕਿਵੇਂ ਜੋੜਨਾ ਸੀ, ਉੱਧਰ ਹੁਣ ਅਟੈਚਮੈਂਟ ਹੋ ਗਈ, ਹੁਣ ਇੱਧਰ ਕਿਵੇਂ ਆਉਣਾ ਸੀ ਉਹਨੇ। ਤਾਂ ਐਸੀਆਂ ਗੱਲਾਂ ਹੁਣ ਮਾਤਾ ਤ੍ਰਿਪਤਾ ਜੀ ਕਹਿੰਦੇ ਕਿ ਮੈਂ ਮਰਦੇ ਦਮ ਤੱਕ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਹਾਂ ਹੁਣ ਤੁਸੀਂ ਮੇਰੇ ਤੋਂ ਦੂਰ ਹੋਵੋ, ਸਦਾ ਹੀ ਮੈਨੂੰ ਦਰਸ਼ਨ ਦੇਈ ਜਾਵੋ।
ਅਭਿਲਾਖਤ ਨਿਸ ਦਿਵਸ ਬਿਤਾਵਾ। ਮੈਂ ਇਹ ਜਿਹੜੀ ਇੱਛਾ ਸੀ ਨਾ ਕਿ ਮੈਂ ਪੁੱਤਰ ਨੂੰ ਦੇਖਾਂ, ਇਹ ਨਿਤਾ ਪ੍ਰਤੀ ਮੇਰੀ ਆਸ਼ਾ ਸੀ। ਮੈਂ ਰੋਜ਼ ਸੋਚਦੀ ਸੀ ਕਿਹੜਾ ਦਿਨ ਹੋਏਗਾ ਜਿੱਦਣ ਮੇਰਾ ਪੁੱਤਰ ਆ ਕੇ ਘਰ ਦੇ ਦੁਆਰ 'ਤੇ ਖੜਾ ਹੋਏਗਾ ਅਤੇ ਮੈਂ ਆਖਾਂਗੀ ਨਾਨਕ ਤੂੰ ਆ ਗਿਆ ਹੈ। ਮੈਂ ਉਹ ਦਿਨ ਉਡੀਕਦੀ ਸਾਂ, ਦਿਨ ਰਾਤ ਮੈਂ ਚੇਤੇ ਕਰਦੀ ਸੀ। ਵਾਹਿਗੁਰੂ ਨੇ ਹੁਕਮ ਬਖਸ਼ਿਆ ਆਪਣਾ, ਅੱਜ ਮਿਲਾਪ ਵੀ ਹੋ ਗਿਆ। ਹੁਣ ਤੁਸੀਂ ਘਰ ਜਾਣ ਵਾਸਤੇ ਰਾਜੀ ਨਹੀਂ ਹੋ ਰਹੇ। ਸੁਣ ਜਨਨੀ ਕੀ ਇਸ ਬਿਦ ਬਾਨੀ। ਹੁਣ ਮਾਤਾ ਦੇ ਇਹੋ ਜਿਹੇ ਦਇਆ ਪੂਰਵਕ ਬਚਨ ਸੁਣ ਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਦਇਆ ਆ ਗਈ ਹੈ। ਕੀ ਕੀਤਾ? ਦਇਆ ਧਾਰ ਸ਼੍ਰੀ ਨਾਨਕ ਮਾਨੀ। ਸਤਿਗੁਰੂ ਜੀ ਨੇ ਫਿਰ ਮਾਂ ਦਾ ਬਚਨ ਮੋੜਿਆ ਨਾ। ਸਤਿਗੁਰੂ ਜੀ ਨੇ ਕਿਹਾ ਤਥਾਸਤੂ, ਐਸਾ ਹੀ ਹੋਏ ਮਾਂ। ਹੁਣ ਜਿੰਨਾ ਚਿਰ ਤੁਸੀਂ ਹੋ ਅਸੀਂ ਤੁਹਾਡੇ ਕੋਲ ਹੀ ਰਹਾਂਗੇ। ਇੱਦਾਂ ਕਰਕੇ ਸਤਿਗੁਰੂ ਜੀ ਨੇ ਬਚਨ ਮੰਨ ਲਿਆ। ਤਹਿ ਤੇ ਉਠ ਗਮਨੇ ਤੇ ਸੰਗਾ। ਫਿਰ ਉੱਥੋਂ ਬਾਬਾ ਚੰਦਰਭਾਨ ਜੀ ਦੇ ਖੂਹ ਤੋਂ ਚੱਲ ਕੇ ਅਤੇ ਫਿਰ ਸਤਿਗੁਰੂ ਜੀ ਆਪ ਦੇ ਘਰ ਵੱਲ ਨੂੰ ਸਭ ਕੋ ਔਰ ਹਰਖ ਉਮੰਗਾ। ਜਦੋਂ ਸਤਿਗੁਰੂ ਜੀ ਘਰ ਜਾਣ ਵਾਸਤੇ ਰਾਜੀ ਹੋ ਗਏ ਹਨ ਨਾ, ਸਾਰੇ ਬੜੇ ਖੁਸ਼ ਹੈ। ਬੇਦੀਆਂ ਦੀਆਂ ਨਰ ਨਾਰੀਆਂ ਬਹੁਤ ਖੁਸ਼ ਨੇ ਔਰ ਚਾਅ ਸੰਭਲਿਆ ਨਹੀਂ ਜਾ ਰਿਹਾ ਸਾਰਿਆਂ ਦਾ, ਕਿਉਂਕਿ ਸਤਿਗੁਰੂ ਵੀ ਆਪ ਦੇ ਦਿਲ ਦੇ ਪੱਕੇ ਸਨ। ਪਹਿਲਾਂ ਤਾਂ ਮੰਨਦੇ ਨਹੀਂ, ਅੱਜ ਮੰਨ ਗਏ ਹੈ। ਸਾਰੇ ਬੜੇ ਖੁਸ਼ ਹਨ। ਆਮ ਸਦਨ ਮੈਂ ਪ੍ਰਭੂ ਸੁਹਾਏ। ਹੁਣ ਸਤਿਗੁਰੂ ਜੀ ਅੱਜ 12 ਸਾਲਾਂ ਬਾਅਦ ਆਪ ਦੇ ਘਰ ਵਿਖੇ ਮਹਾਰਾਜ ਠਹਿਰੇ। ਸੁਣ ਕੇ ਲੋਕ ਮਿਲਨ ਬਹੁ ਆਏ। ਸੁਣ ਕੇ ਨਗਰ ਦੇ ਲੋਕ ਜਿਤਨੇ ਹੈ ਨਾ ਜਿਹੜੇ ਨਿਵਾਸੀ ਸਨ ਤਲਵੰਡੀ ਦੇ, ਉਹ ਸਾਰੇ ਆਪੋ ਆਪਣੇ ਘਰਾਂ ਦੇ ਕੰਮ ਕਾਜ ਛੱਡ ਕੇ ਜਦੋਂ ਪਤਾ ਲੱਗਾ ਕਿ ਸਤਿਗੁਰੂ ਨਾਨਕ ਦੇਵ ਜੀ ਘਰ ਆ ਗਏ ਨੇ, ਸੁਣ ਕੇ ਸਾਰੇ ਮਨੁੱਖ ਆ ਗਏ। ਬੰਧਨ ਕਰਹਿ ਜੋਰ ਦਵੈਪਾਲਾ। ਜਵੈਰ ਦਾ ਪਾਨਾ ਬੰਧਨ ਕਰਦੇ ਨੇ, ਭਾਵ ਬੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ। ਹੱਥ ਜੋੜ ਜੋੜ ਕੇ ਨਰ ਨਾਰੀਆਂ ਬੱਚੇ ਬੁੱਢੇ ਸਾਰੇ ਆਣ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ। ਜਥਾ ਜੋਗ ਸਭ ਕਿਉ ਸਨਮਾਨਾ। ਔਰ ਸਤਿਗੁਰੂ ਦ੍ਰਿਸ਼ਟੀ ਵਿੱਚ ਸਾਰੇ ਸਮਦ੍ਰਿਸ਼ਟ ਨੇ। ਇਹ ਨਹੀਂ ਹੈ ਕਿ ਇਹ ਸਾਡੇ ਬੇਦੀਆਂ ਦੇ ਬੰਦੇ ਹੈ, ਆਹ ਬਾਕੀ ਵੱਖਰੇ ਹੈ। ਸਾਰਿਆਂ ਨੂੰ ਜਥਾ ਜੋਗ। ਜੇਕਰ ਕੋਈ ਬੱਚੇ ਆਉਂਦੇ ਹੈ ਅਤੇ ਸਤਿਗੁਰੂ ਪੁੱਛਦੇ ਪੁੱਤਰ ਕੀ ਹਾਲ ਹੈ ਤੁਹਾਡਾ। ਜੇਕਰ ਵੱਡੇ ਆਉਂਦੇ ਫਿਰ ਕਹਿੰਦੇ ਬਜ਼ੁਰਗੋ ਕੀ ਹਾਲ। ਇਸ ਤਰ੍ਹਾਂ ਸਤਿਗੁਰੂ ਯਥਾ ਜੋਗ ਜਿਹੋ ਜਿਹੀ ਅਵਸਥਾ ਸੀ ਕਿਸੇ ਦੀ, ਉਹੋ ਜਿਹਾ ਸਤਿਗੁਰੂ ਸੰਬੰਧ ਜੋੜਦੇ। ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਬਚਨਾਂ ਨਾਲ। ਅੰਮ੍ਰਿਤ ਵਰਗੇ ਬਚਨ ਬੋਲ ਬੋਲ ਕੇ ਸਾਰਿਆਂ ਨੂੰ ਸ਼ਾਂਤ ਕਰਦੇ। ਦੋਹਰਾ ਲਾਲੂ ਕੇ ਠਾ ਕਾਮ ਕੋ ਗਇਓ ਸੁਨਿਓ ਤੇ ਠਾਏ। ਬਾਬਾ ਕਾਲੂ ਜੀ ਦਾ ਭਰਾ ਸੀ ਛੋਟਾ ਬਾਬਾ ਲਾਲੂ, ਜਿਹੜਾ ਗੁਰੂ ਨਾਨਕ ਸਾਹਿਬ ਦਾ ਚਾਚਾ ਲੱਗਦਾ ਸੀ। ਉਹ ਕਿਧਰੇ ਕੰਮ ਕਾਜ ਵਾਸਤੇ ਬਾਹਰ ਗਿਆ ਹੋਇਆ ਸੀ। ਉਹਦੀ ਵੀ ਸਰੀਰ ਜਿਹੜਾ ਹੈ ਉਹ ਬਿਰਧ ਹੈ। ਤਾਂ ਕਹਿਣ ਲੱਗੇ ਉਹ ਕਿਧਰੇ ਬਾਹਰ ਗਿਆ ਸੀ ਤਾਂ ਰਸਾ ਪਾਦ ਤੂਰਨ ਧਰੇ ਮਿਲਿਓ ਆਨ ਬਹੁ ਪਾਏ। ਪਤਾ ਲੱਗਾ ਕਿ ਮੇਰਾ ਭਤੀਜਾ ਆਇਆ ਹੈ, ਨਾਨਕ ਆਇਆ ਹੈ। ਇਹ ਸੁਣ ਕੇ ਤਾਂ ਫਿਰ ਛੇਤੀ ਛੇਤੀ ਉਹਨੇ ਆਪਦੇ ਪੈਰ ਉਠਾਏ ਨੇ, ਛੇਤੀ ਛੇਤੀ ਕਦਮ ਉਠਾਏ ਨੇ ਉਹਨੇ ਕਾਹਲੀ ਨਾਲ। ਅਤੇ ਦਵਾ ਦਵ ਆਣ ਕੇ ਉਹ ਸਤਿਗੁਰਾਂ ਦੇ ਕੋਲ ਚੌਪਈ ਭੂਈ ਧੀਰ ਭੂਰ ਭੀ ਅਜਰ ਮਝਾਰੀ। ਜਿੱਥੇ ਬਾਬਾ ਲਾਲੂ ਜੀ ਆਏ ਨੇ ਉੱਥੇ ਫਿਰ ਕਹਿਣ ਲੱਗੇ ਘਰ ਸਾਰੇ ਵਿਹੜੇ ਦੇ ਵਿੱਚ ਬੜੀ ਭੀੜ ਫੈਲ ਗਈ ਹੈ। ਸਾਰੇ ਮਨੁੱਖ ਆਣ ਕੇ ਦੇਖਦੇ ਪਏ ਨੇ। ਸਤਿਗੁਰੂ ਜੀ ਆਸਣ 'ਤੇ ਬੈਠੇ ਨੇ ਔਰ ਸਾਰੇ ਲੋਕ ਦੇਖਦੇ ਪਏ ਨੇ। ਚਕੋਰਾਂ ਦੀ ਨਿਆਈ ਚੰਦਰਮਾ ਦੇ ਵੱਤ ਦਰਸ਼ਨ ਹਿਤ ਆਵਹਿ ਨਰ ਨਾਰੀ। ਲੋਕੀ ਆਪ ਦੀ ਜਥਾ ਸ਼ਕਤੀ ਆਪੋ ਆਪਣੇ ਕੁਝ ਨਾ ਕੁਝ ਭੇਟਾਵਾਂ ਲੈ ਕੇ ਆ ਰਹੇ ਨੇ। ਕੁਝ ਦਮੜੇ ਚੜਾਉਂਦੇ ਨੇ, ਕੋਈ ਕੁਝ ਭੇਟਾਂ ਕਰਦਾ ਹੈ। ਸਾਰੇ ਸਤਿਗੁਰਾਂ ਨੂੰ ਮੱਥਾ ਟੇਕਦੇ ਹਨ। ਕੁਸ਼ਲ ਪ੍ਰਸ਼ਨ ਕੀਨੋ ਸਭ ਤਾਈ। ਸਤਿਗੁਰੂ ਜੀ ਨੇ ਸਾਰਿਆਂ ਨੂੰ ਆਨੰਦਦਾਈ ਆਨੰਦ ਮੰਗਲ ਐਸੇ ਸੁੱਖਾਂ ਦੇ ਪ੍ਰਸ਼ਨ ਉੱਤਰ ਪੁੱਛੇ ਨੇ। ਸਾਰਿਆਂ ਨੂੰ ਪੁੱਛਿਆ ਹੈ ਕਿ ਤੁਸੀਂ ਸੁੱਖ ਸਾਂਦ ਹੋ, ਠੀਕ ਠਾਕ ਹੋ ਤੁਹਾਡੇ। ਸਾਰਿਆਂ ਨੂੰ ਇਸ ਤਰ੍ਹਾਂ ਸਤਿਗੁਰੂ ਜੀ ਨੇ ਇੱਕੋ ਵਾਰੀ ਪੁੱਛਿਆ। ਦਰਸ਼ਨ ਬੈਠਾਰੇ ਕਹਿ ਸ਼੍ਰੀ ਜਗ ਸਾਈ। ਸਤਿਗੁਰੂ ਜੀ ਮਹਾਰਾਜ ਜੀ ਇਸ ਤਰ੍ਹਾਂ ਆਪ ਬੈਠੇ ਨੇ,
ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ, ਪ੍ਰੋਹਤ ਰਾਏ ਦੇ ਆਦਿ ਮੌਲਾਨਾ, ਉਹਨਾਂ ਲੋਕਾਂ ਵਿੱਚੋਂ ਇੱਕ ਨੇ ਆ ਕੇ ਦੱਸਿਆ ਹੈ ਕਿ ਸਤਿਗੁਰੂ ਜੀ, ਤੁਹਾਨੂੰ ਪਤਾ ਹੈ ਜਿਨ੍ਹਾਂ ਤੋਂ ਤੁਸੀਂ ਛੋਟੇ ਹੁੰਦੇ ਬਚਪਨ ਵਿੱਚ ਪੜ੍ਹਨ ਗਏ ਸੀ, ਗੋਪਾਲ ਪਾਂਧਾ, ਫਿਰ ਮੌਲਾਨਾ ਮੌਲਵੀ ਕੁਤਬਦੀਨ, ਅਤੇ ਫਿਰ ਰਾਏ ਬੁਲਾਰ ਜਿਹੜਾ ਤੁਹਾਡਾ ਅਨੰਨ ਸਿੱਖ ਸੀ, ਤੁਹਾਡੇ 'ਤੇ ਬਹੁਤ ਸ਼ਰਧਾ ਰੱਖਦਾ ਸੀ, ਉਹ ਤਿੰਨਾਂ ਬਾਰੇ ਤੁਹਾਨੂੰ ਦੱਸਦੇ ਹਾਂ। ਤਾਂ ਪਰਲੋਕ ਸੁੰਦਰ ਬਖਾਨਾ, ਕਹਿਣ ਲੱਗੇ ਉਹ ਪਰਲੋਕ ਸੁਧਾਰ ਗਏ ਨੇ, ਆਪੋ ਆਪਣੀ ਆਰਜਾ ਭੋਗ ਕੇ ਉਹ ਸਭ ਇਸ ਸੰਸਾਰ ਤੋਂ ਵਿਦਾ ਹੋ ਗਏ। ਸੁਣ ਸ਼੍ਰੀ ਨਾਨਕ ਬਚਨ ਉਚਾਰਾ, ਉਹਨਾਂ ਮਨੁੱਖਾਂ ਨੇ ਤਾਂ ਬੜੇ ਦੁੱਖ ਨਾਲ ਇਹ ਗੱਲ ਆਖੀ ਸੀ, ਪਰ ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਦੀ ਇੱਕ ਰਸ ਬਿਰਤੀ ਹੈ, ਸਰਦੀ ਗਰਮੀ ਤੱਤੇ ਠੰਡੇ ਸੁਭਾਅ ਵਿੱਚ ਇੱਕ ਰਸ ਰਹਿਣ ਵਾਲੇ ਸਤਿਗੁਰੂ ਜੀ, ਜਿਨ੍ਹਾਂ ਨੂੰ ਨਾ ਭੁੱਖ ਪਿਆਸ ਹੈ, ਨਾ ਕੋਈ ਕਾਮ ਕ੍ਰੋਧ ਲੋਭ ਹੰਕਾਰ ਹੈ, ਇੱਕ ਰਸ ਜਿਨ੍ਹਾਂ ਦੀ ਬਿਰਤੀ ਹੈ, ਇਹੋ ਜਿਹੇ ਵੈਰਾਗਮਈ ਬਚਨ ਸੁਣ ਕੇ ਭਾਵੇਂ ਆਮ ਬੰਦਾ ਤੇ ਦਹਿਲ ਜਾਂਦਾ, ਵੈਰਾਗ ਵਿੱਚ ਆ ਜਾਂਦਾ, ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਮਿੱਥਿਆ ਇਹ ਪਰਪੰਚ ਪਸਾਰਾ। ਇਹ ਭਾਈ ਜਨੋ ਕੀ ਦੱਸਦੇ ਹੋ, ਇੱਥੇ ਕਈ ਆਏ ਤਾਂ ਕਈ ਚਲੇ ਗਏ, ਇਹ ਸੰਸਾਰ ਮਿੱਥਿਆ ਹੈ। ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਤੇ ਨਾ ਕਛ ਆਏਬੋ ਨਾ ਕਛ ਜਾਏਬੋ, ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਪਰ ਜਿਹੜਾ ਸਾਧਕ ਹੈ ਉਹਦੀ ਦ੍ਰਿਸ਼ਟੀ ਵਿੱਚ ਤਾਂ ਇਹ ਹੈ, ਜਿਹ ਮਾਰ ਕਿਹੋ ਜਾਤ ਅਕੇਲਾ, ਤਹਿ ਨਾਮ ਸੰਗ ਹੋਤ ਸੁਹੇਲਾ। ਵੱਖੋ ਵੱਖਰੀਆਂ ਅਵਸਥਾ ਦੇ ਵੱਖੋ ਵੱਖਰੇ ਫਲ ਨੇ। ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਸਾਰਾ ਇੱਕ ਹੀ ਸਾਰਾ ਕੁਛ ਦਿਸਦਾ ਹੈ, ਉਹਨੂੰ ਇੱਕ ਸਾਰ ਬ੍ਰਹਮ ਸਾਰੇ ਬੰਨੇ ਦਿਸਦਾ ਹੈ, ਪਰ ਜਿਹੜਾ ਇੱਕ ਸਾਧਕ ਹੈ ਉਹਨੂੰ ਹਾਲੇ ਸਰੀਰ ਦਿਸਦੇ ਹੈ। ਜਿੰਦਨ ਉਹਦੇ ਸਰੀਰ ਦਾ ਦੇਹ ਅਭਿਆਸ ਟੁੱਟ ਗਿਆ ਹੈ, ਸਰੀਰ ਦਾ ਮੋਹ ਟੁੱਟ ਗਿਆ, ਉਦਣ ਫਿਰ ਉਹਨੂੰ ਵੀ ਸਾਰੇ ਬੰਨੇ ਇੱਕ ਦਿਸੇਗਾ। ਹੁਣ ਸਤਿਗੁਰੂ ਕਹਿਣ ਲੱਗੇ ਕਿ ਕੋਈ ਵੀ ਇਸ ਸੰਸਾਰ ਵਿੱਚੋਂ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਉਸ ਤੋਂ ਬਿਨਾਂ ਹੈ ਹੀ ਕੋਈ ਨਹੀਂ ਹੈ। ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਕੋਈ ਵੱਖਰਾ ਹੈ ਹੀ ਨਹੀਂ ਹੈ, ਸਭ ਆਪਣਾ ਹੀ ਸਰੂਪ ਦਿਸਦਾ ਹੈ। ਇਹ ਸੰਸਾਰ ਮਿਥਿਆ ਹੈ, ਨਾਸ ਹੋ ਰਿਹਾ ਹੈ, ਪਰ ਇਸ ਸੰਸਾਰ ਵਿੱਚ ਰਹਿਣ ਵਾਲਾ ਕਰਤਾ ਪੁਰਖ ਵਾਹਿਗੁਰੂ ਉਹ ਮਿਥਿਆ ਨਹੀਂ ਹੈ, ਉਹ ਸਦਾ ਯਥਾਰਥ ਸਰੂਪ ਹੈ, ਸੱਚਾ ਹੈ, ਤਤ ਬੇਤਾ ਹੈ। ਸੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪ੍ਰਥਾਏ ਮਹਾਰਾਜ ਜੀ ਨੇ ਇਉਂ ਬਿਆਨ ਕੀਤਾ ਵੀ ਉਹਦੀ ਲੀਲਾ ਕੋਈ ਨਹੀਂ ਜਾਣ ਸਕਦਾ। ਬਿਨ ਸੁਜਾਤ ਇਹ ਬਾਹਰ ਨ ਲਾਗੈ। ਇਹ ਭਾਈ ਜਨੋ, ਇਹ ਸਰੀਰ ਜਿਹੜਾ ਹੈ ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਦਿਓ ਪਾਣੀ। ਇਹ ਘੜੇ ਵਰਗਾ ਸਰੀਰ ਹੈ, ਇਹ ਨਿੱਧਾ ਪ੍ਰਤੀ ਘਟਦਾ ਜਾ ਰਿਹਾ ਹੈ। ਜਿਵੇਂ ਘੜਾ ਟੁੱਟਾ ਹੋਏ, ਥੋੜ੍ਹਾ ਥੋੜ੍ਹਾ ਕਰਕੇ ਪਾਣੀ ਵਗਦਾ ਰਹਿੰਦਾ ਹੈ, ਵਗਦਾ ਰਹਿੰਦਾ ਹੈ, ਫਿਰ ਇੱਕ ਦਿਨ ਘੜਾ ਖਾਲੀ ਹੋ ਜਾਂਦਾ ਹੈ। ਇਸ ਤਰ੍ਹਾਂ ਸਵਾਸਾਂ ਰੂਪ ਪਾਣੀ ਰੋਜ਼ ਘਟਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਹੈ, ਔਰ ਇੱਕ ਦਿਨ ਇਹ ਸਰੀਰ ਛੁੱਟ ਜਾਵੇਗਾ। ਇਹ ਭਾਈ ਜਨੋ, ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਸੰਸਾਰ ਸਦਾ ਹੀ ਨਾਸਵੰਤ ਹੈ, ਜਾਂ ਤੇ ਸਤਿਨਾਮ ਅਨੁਰਾਗੈ। ਇਸ ਵਾਸਤੇ ਇੱਕੋ ਇੱਕ ਰਹਿਣ ਵਾਲਾ ਸਰੂਪ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਰਹਿਣੇ ਵਾਲਾ ਹੈ, ਨਾਮ ਨੂੰ ਜਪਣੇ ਵਾਲੇ ਸਾਧੂ ਰਹਿਣੇ ਵਾਲੇ ਨੇ। ਇਸ ਕਰਕੇ ਸਦਾ ਨਾਮ ਦੇ ਵਿੱਚ ਆਪਦੇ ਚਿੱਤ ਨੂੰ ਲਾਉਣਾ ਚਾਹੀਦਾ ਹੈ। ਉਸ ਨਾਮ ਵਿੱਚ ਪ੍ਰੇਮ ਕਰੀਏ ਜਿਸ ਕਰਕੇ ਜਨਮ ਮਰਨੀ ਧਾਰਨਾ ਪੈਂਦਾ ਹੈ। ਉਹ ਨਾਮ ਨੂੰ ਆਪਣੇ ਸਵਾਸਾਂ ਵਿੱਚ ਟਿਕਾ ਲਈਏ। ਸੁਪਨ ਸਮਾਨ ਰਹਿਣ ਜਗ ਮਾਹੀ, ਅਤੇ ਜਗਤ ਨੂੰ ਸੁਪਨੇ ਸਮਾਨ ਜਾਣੋ। ਇਹ ਜਿਹੜਾ ਜਗਤ ਹੈ ਸੁਪਨੇ ਸਮਾਨ ਹੈ। ਸੁਪਨੇ ਵਿੱਚ ਮਨੁੱਖ ਬੜਾ ਕੁਝ ਉਸਾਰਦਾ ਹੈ, ਕਈ ਕੁਝ ਕਰਦਾ ਹੈ। ਜਦੋਂ ਜਾਗ ਆਈ ਫਿਰ ਕਹਿੰਦਾ ਓਹੋ ਇਹ ਤਾਂ ਸੁਪਨਾ ਸੀ। ਸੁਪਨੇ ਵਿੱਚ ਕਈ ਵਾਰ ਬੰਦਾ ਬਣਾਉਣ ਲੱਗ ਪੈਂਦਾ ਹੈ, ਕਈ ਵਾਰ ਬੰਦਾ ਡਰ ਜਾਂਦਾ ਹੈ। ਕਈ ਵਾਰ ਛੋਟੇ ਬੱਚੇ ਸੁਪਨੇ ਵਿੱਚ ਡਰ ਦੇ ਮਾਰੇ ਮੰਜੇ ਤੋਂ ਡਿੱਗ ਪੈਂਦੇ ਨੇ। ਕਈ ਵਾਰ ਬੰਦਾ ਸੁਪਨੇ ਵਿੱਚ ਦੌੜਦਾ ਹੈ। ਕਈ ਕੁਛ ਹੁੰਦਾ ਸੁਪਨੇ ਵਿੱਚ, ਪਰ ਹੁੰਦਾ ਸੁਪਨੇ ਵਿੱਚ ਹੈ। ਜਦੋਂ ਜਾਗਦਾ ਹੈ ਉਦੋਂ ਦੇਖਦਾ ਹੈ ਇਹ ਮੈਂ ਕੀ ਹੂਰ ਮਤ ਕਰਦਾ ਪਿਆ ਸੀ, ਮੈਂ ਕਿੱਥੇ ਫਿਰ ਰਿਹਾ ਸੀ। ਪਰ ਜਦੋਂ ਜਾਗ ਆਉਂਦੀ ਹੈ ਸਾਰਾ ਉਦੋਂ ਗਿਆਤ ਹੋ ਜਾਂਦੀ ਹੈ ਇਹ ਸੰਸਾਰ ਸੁਪਨੇ ਮਾਤਰ ਹੈ। ਜਿੱਦਣ ਸਰੀਰ ਛੁੱਟਣ ਦਾ ਅੰਤਲਾ ਵੇਲਾ ਹੁੰਦਾ ਹੈ ਉਦੋਂ ਫਿਰ ਕੁਛ ਇਹ ਸਵਾਸ ਜਦੋਂ ਰਹਿ ਜਾਂਦੇ ਹੈ ਉਦੋਂ ਗਿਆਨ ਹੁੰਦਾ, ਉਦੋਂ ਬਹੁਤਾ ਹੋ ਜਾਂਦਾ ਹੈ, ਪਰ ਉਦੋਂ ਸਮਝਣ ਦੀ ਸ਼ਕਤੀ ਨਹੀਂ ਰਹਿ ਜਾਂਦੀ ਹੈ। ਕਿਉਂਕਿ ਬੁੱਧੀ ਦੀ ਵੀ ਹੱਦ ਹੈ, ਕੋਈ ਬੁੱਧੀ ਆਪਣੇ ਦਾਇਰੇ ਤੋਂ ਪਾਰ ਨਹੀਂ ਜਾ ਸਕਦੀ ਹੈ।
ਜੋ ਸੰਸਾਰ ਵਿੱਚ ਮਨੁੱਖ ਨੇ ਖੱਟਿਆ ਹੈ, ਘਾਲਿਆ ਹੈ, ਉਹ ਹੀ ਅੰਤ ਵੇਲੇ ਚੇਤੇ ਆਏਗਾ। ਇਸ ਵਾਸਤੇ ਨਾਮ ਚੇਤੇ ਕਰੀਏ। ਨਾਮ ਚੇਤੇ ਕਰਦਿਆਂ ਅੰਤ ਕਾਲ ਜੋ ਨਾਰਾਇਣ ਸਿਮਰੈ, ਸੋ ਐਸੀ ਬਦ ਤਿਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੈ ਬਸੈ। ਜਿਹੜਾ ਅੰਤ ਕਾਲ ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਉਹ ਫਿਰ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਹੋਰ ਕਈ ਪੰਕਤੀਆਂ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਜਿਹੜਾ ਅੰਤ ਵੇਲੇ ਲక్ష్ਮੀ ਨੂੰ ਯਾਦ ਕਰਦਾ, ਭਾਵ ਮਾਇਆ ਨੂੰ ਯਾਦ ਕਰਦਾ ਹੈ, ਉਹ ਸੱਪ ਦੀ ਜੋਨ ਵਿੱਚ ਪਹੇਗਾ। ਅੰਤ ਕਾਲ ਜੋ ਲੜਕੇ ਸਿਮਰੈ, ਅੰਤ ਕਾਲ ਨੂੰ ਜਿਹੜਾ ਲੜਕੇ ਸਿਮਰਦਾ ਹੈ, ਐਸੀ ਚਿੰਤਾ ਮਹਿ ਜੇ ਮਰੈ। ਇਹ ਚਿੰਤਾ ਦੇ ਵਿੱਚ ਸਵਾਸ ਛੁੱਟ ਗਏ ਨੇ ਤਾਂ ਸੂਕਰ ਜੌਨ ਵਲ ਵਲ ਅਵਤਰੈ, ਉਹ ਸੂਰ ਦੀ ਜੋਨ ਵਿੱਚ ਪਏਗਾ। ਸੂਰ ਦੇ ਕਿੰਨੇ ਬੱਚੇ ਹੈ, ਫਿਰ ਕਰਦਾ ਰਹਿ ਮੋਹ ਉਹਨਾਂ ਨਾਲ, ਪਾਉਂਦਾ ਰਹਿ ਪ੍ਰੇਮ, ਕੀ ਕਰੇਗਾ ਫਿਰ। ਇਸ ਵਾਸਤੇ ਇੱਕ ਨਾਮ ਹੈ, ਜਿਸ ਨਾਮ ਦੇ ਜਪਿਆਂ ਅੰਤ ਵੇਲੇ ਤੇਰੇ ਸਹਾਈ ਹੋਣ ਵਾਲਾ ਹੈ। ਹੋਰ ਜਿਹੜੇ ਪ੍ਰੇਮ ਪਾਉਣੇ ਨੇ ਇਹ ਝੂਠੇ ਨੇ, ਮਿਥਿਆ ਹਨ। ਭਾਵ ਭਗਤ ਜਿਨ ਮਨ ਮਹਿ ਧਾਰੀ, ਜਿਨ੍ਹਾਂ ਨੇ ਪ੍ਰਭੂ ਦੇ ਪ੍ਰਥਾਏ ਭਾਵ ਭਗਤੀ ਪ੍ਰੇਮ ਧਾਰਿਆ ਹੋਇਆ ਹੈ। ਪ੍ਰਭੂ ਦੀ ਆਗਿਆ ਵਿੱਚ ਆਗਿਆ ਮੈਂ ਸੂਖ, ਸੋਈ ਕਰ ਸੂਖਾ, ਸੋਗ ਹਰਖ ਨਹਿ ਜਾਣਿਓ। ਜਿਨ੍ਹਾਂ ਨੇ ਆਗਿਆ ਮਹਿ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹਿ ਜਾਣਿਓ। ਜਿਨ੍ਹਾਂ ਨੂੰ ਆਗਿਆ ਦੀ ਭੁੱਖ ਲੱਗੀ ਹੋਈ ਹੈ। ਦੇਖੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵੇਲੇ ਆਗਿਆ ਕਰਦੇ, ਭਾਵੇਂ ਕਿ ਪੁੱਤਰ ਮਨਾ ਕਰ ਦਿੰਦੇ ਸਨ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਚੰਦ, ਪਰ ਭਾਈ ਲਹਿਣਾ ਜੀ ਸਦਾ ਹੀ ਆਗਿਆ ਦੇ ਭੁੱਖੇ ਸਨ। ਸਤਿਗੁਰੂ ਮੈਨੂੰ ਇਸ਼ਾਰਾ ਕਰਨ, ਮੈਂ ਉਸੇ ਵੇਲੇ ਕੰਮ ਕਰਾਂ, ਸੇਵਾ ਵਿੱਚ ਲੱਗਾ। ਜਿਨ੍ਹਾਂ ਦੇ ਮਨ ਵਿੱਚ ਐਸੀ ਭਗਤੀ ਹੈ, ਹਮੇਸ਼ਾ ਸਤਿਗੁਰਾਂ ਦੀ ਆਗਿਆ ਵਿੱਚ ਰਹਿੰਦੇ ਨੇ। ਐਸੇ ਗੁਰਮੁਖ ਸੋ ਗਮਨ ਨਿਜ ਕਾਜ ਸਵਾਰੀ, ਉਹ ਤਾਂ ਫਿਰ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਸੋ ਉਹ ਐਸੇ ਨੇ, ਆਪ ਦਾ ਜਨਮ ਸਵਾਰ ਕੇ ਦਰਗਾਹ ਵਿੱਚ ਸੋਭਾ ਨੂੰ ਪਾਉਂਦੇ ਹਨ। ਸਦਨ ਵਿਖਿਆ ਨਰ ਮਿਲਨ ਜੋ ਆਏ। ਕਦੋਂ ਕਹਿਣ ਲੱਗੇ ਜਿੰਨੇ ਮਨੁੱਖ ਘਰ ਵਿੱਚ ਮਿਲਣ ਵਾਸਤੇ ਆਏ ਆ ਨਾ ਸਤਿਗੁਰੂ ਨਾਨਕ ਦੇਵ ਜੀ ਨੂੰ, ਉਹ ਮਨੁੱਖ ਸੁਣ ਸੁਣ ਕੇ ਤੇ ਸਤਿਗੁਰਾਂ ਦੀ ਅਪਰ ਅਪਾਰ ਮਹਿਮਾ ਪੁਕਾਰਦੇ, ਧੰਨ ਧੰਨ ਸੁਣ ਬੈਨ ਅਲਾਏ। ਉਹ ਕਹਿਣ ਲੱਗੇ ਤੁਸੀਂ ਧੰਨ ਹੋ, ਧੰਨਤਾ ਜੋਗ ਹੋ ਆਪ ਜੀ, ਜੋ ਸਾਨੂੰ ਐਸੇ ਅੰਮ੍ਰਿਤਮਈ ਬਚਨ ਦੇ ਕੇ ਨਿਹਾਲ ਕਰ ਰਹੇ ਹੋ, ਸਾਡਾ ਭਰਮ ਮੇਟਦੇ ਪਏ ਹੋ। ਤੁਸੀਂ ਧੰਨ ਹੋ, ਧੰਨਤਾ ਦੇ ਜੋਗ ਹੋ। ਗਏ ਬਹੁਰ ਦੁਸਤਤ ਸਭ ਕਰਹੀ। ਸਾਰੇ ਮਨੁੱਖ ਸਤਿਗੁਰਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮਹਾਂਪੁਰਖ ਇਹ ਬਚਨ ਉਚਰਹੀ। ਸਾਰੇ ਇਹ ਕਹਿੰਦੇ ਆ ਕਿ ਨਾਨਕ ਜੀ ਮਹਾਂਪੁਰਖ ਨੇ, ਇਹ ਵੱਡੇ ਮਹਾਂਪੁਰਖ ਨੇ, ਇਹਨਾਂ ਦੇ ਸਮਾਨ ਕੋਈ ਹੋਰ ਨਹੀਂ ਹੈ। ਸਾਰੇ ਮਨੁੱਖ ਜਿਤਨੇ ਬੱਚੇ ਨੇ, ਜਵਾਨ ਹੈ, ਬਿਰਧ ਹੈ, ਸਾਰੇ ਸਤਿਗੁਰਾਂ ਦੀ ਮਹਿਮਾ ਗਾਇਨ ਕਰਦੇ। ਰਹਿਣ ਲੱਗੇ ਸ਼੍ਰੀ ਗੁਰ ਘਰ ਮਾਹੀ। ਫਿਰ ਉਸ ਦਿਨ ਤੋਂ ਸਤਿਗੁਰੂ ਜੀ ਘਰ ਵਿੱਚ ਹੀ ਰਹਿਣ ਲੱਗ ਪਏ ਹੈ। ਕੁਝ ਸਮਾਂ ਸਤਿਗੁਰੂ ਹੁਣ ਘਰ ਵਿੱਚ ਰਹਿਣਗੇ। ਜਿਨ ਕੇ ਦਰਸ਼ਨ ਦੋਖ ਨਸਾਹੀ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਜਿਨ੍ਹਾਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਉਹ ਮੁੜ ਕਰਕੇ ਜੋਨਾਂ ਵਿੱਚ ਨਾ ਆਏ। ਮੁੜ ਕੇ ਉਹਨਾਂ ਨੂੰ ਫਿਰ ਇਹ ਜਨਮ ਮਰਨ ਦੇ ਗੇੜ ਸਤਾ ਨਾ ਸਕੇ। ਉਹ 84 ਦੇ ਗੇੜ ਤੋਂ ਮੁਕਤ ਹੋ ਗਏ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਦੁੱਖ ਨਾਸ ਹੋ ਜਾਂਦੇ। ਸ਼੍ਰੀ ਅੰਗਦ ਗੁਰ ਮੁਝ ਪ੍ਰਤ ਭਾਖਾ। ਇਹ ਭਾਈ ਬਾਲਾ ਜੀ ਨਾਲ ਹੀ ਸਨ ਸਤਿਗੁਰੂ ਨਾਨਕ ਦੇਵ ਜੀ ਦੇ। ਕਹਿਣ ਲੱਗੇ ਕਿ ਜਦੋਂ ਸਤਿਗੁਰੂ ਜੀ ਦੇ ਮੈਂ ਨਾਲ ਸੀ, ਬੈਠਾ ਸਾਂ, ਤੇ ਫਿਰ ਸਤਿਗੁਰੂ ਮੈਨੂੰ ਕਹਿਣ ਲੱਗੇ, ਬਾਲੇ ਮਿਲ ਕੁਟੰਬ ਕਰ ਕਾਂਖਾ। ਇਹ ਭਾਈ ਬਾਲਿਆ, ਤੂੰ ਵੀ ਜਾ ਕੇ ਆਪਦੇ ਪਰਿਵਾਰ ਨੂੰ ਮਿਲਿਆ। ਤੇਰੀ ਇੱਛਾ ਹੋਏਗੀ ਪਰਿਵਾਰ ਨੂੰ ਮਿਲਣੇ ਦੀ, ਕਿਧਰੇ ਮੈਨੂੰ ਆਖੀ ਨਾ ਕਿ ਤੁਸੀਂ ਆਪ ਤੇ ਪਰਿਵਾਰ ਵਿੱਚ ਬਹਿ ਪਏ ਹੋ, ਮੈਨੂੰ ਘਰ ਨਾ ਜਾਣ ਦਿੱਤਾ। ਜਾ ਮੇਰੇ ਮਿੱਤਰ ਬਾਲੇ, ਤੂੰ ਵੀ ਘਰ ਵਿੱਚੋਂ ਹੋਇਆ, ਮਿਲ ਘਰ ਤਿਨ ਤੂਰਨ ਚੱਲ ਆਈਓ। ਤਦੋਂ ਫਿਰ ਸਤਿਗੁਰੂ ਜੀ ਨੇ ਕਿਹਾ ਕਿ ਇਹ ਬਾਲੇ ਮਿਲ ਕਰਕੇ ਨਾ ਪਰਿਵਾਰ ਨੂੰ ਕੁਝ ਸਮਾਂ, ਤੇ ਫਿਰ ਛੇਤੀ ਨਾ ਆ ਜਾਇਓ। ਮੁੜ ਕੇ ਮੋਹ ਪੰਕ ਤਿਨ ਜਿਨ ਵਨ ਜਈਓ। ਮੋਹ ਪੰਕ ਤਿਨ ਜਿਨ ਫਸ ਜਈਓ। ਕਹਿਣ ਲੱਗੇ ਵੇਖੀ ਕਿਧਰੇ ਮਤਾਂ ਮੋਹ ਵਿੱਚ ਨਾ ਫਸ ਜਾਇਓ, ਛੇਤੀ ਛੇਤੀ ਆ ਜਾਇਓ ਪਰਿਵਾਰ ਨੂੰ ਮਿਲ ਕੇ।
ਤੇ ਫਿਰ ਸਾਡੇ ਕੋਲੋਂ ਆ ਜਾਇਓ। ਇੱਥੇ ਸਤਿਗੁਰੂ ਜੀ ਕਿਧਰੇ ਪਰਿਵਾਰ ਦਾ ਖੰਡਨ ਨਹੀਂ ਕਰਦੇ ਹੈ, ਪਰ ਸਤਿਗੁਰੂ ਜੀ ਨੇ ਹਾਲੇ ਕਈ ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਨਾ ਹੈ। ਇਸ ਵਾਸਤੇ ਹਾਲੇ ਕੁਰੂਕਸ਼ੇਤਰ ਵਿਖੇ ਵੀ ਜਾਣਾ ਸੀ, ਜਿੱਥੇ ਨਾਨੂ ਪੰਡਤ ਬਣਿਆ ਹੋਇਆ ਸੀ, ਜਿਹਨੇ ਝੂਠਾ ਹੀ ਆਪਣਾ ਨਾਮ ਨਾਨਕ ਰਖਾ ਲਿਆ ਸੀ। ਉਹ ਨਾਨੂ ਪੰਡਤ ਨੇ ਭਵਿੱਖਕ ਪੁਰਾਣ ਪੜ੍ਹੇ ਸਨ। ਭਵਿੱਖਕ ਪੁਰਾਣਾਂ ਵਿੱਚ ਲਿਖਿਆ ਸੀ ਕਿ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਜੀ ਆਉਣਗੇ, ਅਤੇ ਇਹਨੇ ਸੋਚਿਆ ਵੀ ਕਲਯੁਗ ਦਾ ਸਮਾਂ ਚੱਲਦਾ ਪਿਆ ਹੈ, ਹੁਣ ਮੇਰਾ ਨਾਮ ਨਾਨੂ ਹੈ, ਕਿਧਰੇ ਮੇਰਾ ਨਾਮ ਨਾਨਕ ਨਾ ਹੋਵੇ। ਉਹਨੇ ਆਪਦਾ ਨਾਮ ਨਾਨਕ ਰੱਖ ਲਿਆ ਸੀ। ਉਹਦਾ ਵੀ ਭਰਮ ਸਤਿਗੁਰੂ ਜਾ ਕੇ ਮਿਟਣਗੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਬਾਲੇ ਨੂੰ ਇਸ ਤਰ੍ਹਾਂ ਕਹਿ ਕੇ ਕਿ ਉਹਨੂੰ ਘਰ ਭੇਜ ਦਿੱਤਾ। ਬੇਦਨ ਕਮਲ ਵੰਸ ਕਰ ਹੰਸੂ। ਐਸੇ ਸਤਿਗੁਰੂ ਮਹਾਰਾਜ ਜੀ ਜਿਹੜੇ ਬੇਦੀਆਂ ਦੀ ਕੁੱਲ ਨੂੰ ਉਜਾਗਰ ਕਰਨ ਵਾਸਤੇ, ਪ੍ਰਕਾਸ਼ ਕਰਨ ਵਾਸਤੇ, ਬੇਦੀਆਂ ਦੀ ਕੁੱਲ ਕੀ ਹੈ? ਕਮਲ ਵਰਗੀ। ਅਤੇ ਸਤਿਗੁਰੂ ਕੀ ਹੈ? ਸੂਰਜ ਵਰਗੇ। ਜਿਵੇਂ ਸੂਰਜ ਨੂੰ ਦੇਖ ਕੇ ਕਮਲ ਫੁੱਲ ਖਿਲ ਜਾਂਦੇ ਹੈ, ਇਉਂ ਸਤਿਗੁਰਾਂ ਨੂੰ ਦੇਖ ਦੇਖ ਕੇ ਸਾਰੇ ਬੇਦੀ ਕੁੱਲ ਦੇ ਮਨੁੱਖ ਸਾਰੇ ਜਿਹੜੇ ਹੈ ਖੁਸ਼ ਹੋ ਰਹੇ ਨੇ, ਪ੍ਰਫੁੱਲਿਤ ਹੋ ਰਹੇ ਨੇ। ਉਹਨਾਂ ਵਿੱਚ ਇੱਕ ਜਾਨ ਆ ਰਹੀ ਹੈ। ਤਾਂ ਸਤਿਗੁਰੂ ਜੀ ਬਾਰੇ ਮਰਦਾਨਾ ਬਾਲਾ ਜੀ ਕਹਿਣ ਲੱਗੇ, ਮੈਂ ਚੱਲ ਗਾ ਤਿੰਨ ਕਰ ਪ੍ਰਸੰਸੂ। ਤਦੋਂ ਮੈਂ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੀ ਮਹਿਮਾ ਗਾਇਨ ਕਰਕੇ ਆਪਦੇ ਘਰ ਨੂੰ ਚਲਾ ਗਿਆ। ਨਿਜ ਕੁਟੰਬ ਬਿਲ ਮੋਦ ਵਧਾ ਕਰ। ਫਿਰ ਮੈਂ ਆਪਦੇ ਪਰਿਵਾਰ ਨੂੰ ਬੜੇ ਪ੍ਰੇਮ ਨਾਲ, ਖੁਸ਼ੀ ਨਾਲ ਜਾ ਕੇ ਆਪਦੇ ਸੰਬੰਧੀਆਂ ਨੂੰ ਮਿਲਿਆ। ਆਵਤ ਭਾਉ ਢਿੱਕ ਕਰੁਣਾ ਕਰ। ਫਿਰ ਮੈਂ ਕੁਝ ਦਿਨ ਰਹਿ ਕੇ ਆਪ ਉੱਥੋਂ ਫਿਰ ਮੁੜ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਆ ਗਿਆ। ਐਸੇ ਕਰੁਣਾ ਦੇ ਕਰ, ਕਰੁਣਾਕਰ ਜਿਹੜੇ ਕਿਰਪਾ ਦੇ ਘਰ ਨੇ, ਦਇਆ ਦੇ ਘਰ ਨੇ। ਅੱਗੇ ਪ੍ਰਸੰਗ ਜਿਵੇਂ ਆਏਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਨੂੰ ਮੁਕਤ ਦੇ ਲੱਛਣ ਦੱਸਣਗੇ ਅਤੇ ਗਿਆਨ ਦ੍ਰਿੜ ਕਰਾਉਣਗੇ, ਅਗਿਆਨ ਮਿਟਣਗੇ। ਉਹ ਸਾਰੀ ਵਾਰਤਾ ਅਸੀਂ ਅਗਲੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਤੁੱਛ ਬੁੱਧੀ ਨਾਲ ਸਤਿਗੁਰੂ ਜੀ ਜਸ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਆਪ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੀਆਂ ਪਵਿੱਤਰ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਹੋ। ਸੋ ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈਏ। ਨਿਜ ਕੁਟੰਬ ਮਿਲ ਮੋਦ ਵਧਾ ਕਰ। ਆਵਤ ਭਾਉ ਢਿੱਕ ਕਰੁਣਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।